हेलो एवरीवन वेलकम बैक टू द सैशन। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 9th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇੰਗਲਿਸ਼ ਦੀ ਬੁੱਕ ਤੇ ਉਹਦਾ ਲਾਸਟ ਚੈਪਟਰ 7 ਦ ਕਿੰਗ ਹੂ ਲਿੰਬਡ, ਉਹ ਰਾਜਾ ਜੋ ਲੰਗੜਾਉਂਦਾ ਸੀ। ਇਹ ਚੈਪਟਰ ਲਿਖਿਆ ਹੈ ਮੋਨਿਕਾ ਥੌਰਨ ਨੇ। ਤਾਂ ਚਲੋ ਪੜ੍ਹਦੇ ਹਾਂ ਇਸ ਨਵੇਂ ਰਾਜੇ ਬਾਰੇ। ਦੇयर ਇਜ਼ ਅ ਨਿਊ ਕਿੰਗ, ਇੱਕ ਨਵਾਂ ਰਾਜਾ ਆਇਆ ਗੱਦੀ ਤੇ। ਹੀ ਡਜ਼ ਨਾਟ ਲਾਈਕ ਸਿਕੋਫੈਂਟ। ਸਿਕੋਫੈਂਟ ਉਹ ਲੋਕ ਹੁੰਦੇ ਨੇ ਜੋ ਕਿਸੇ ਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਆਪਣੀ ਇੱਜ਼ਤ ਵਧਾਉਂਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਜੋ ਕਿਸੇ ਨੂੰ ਵੀ ਨਾ ਨਹੀਂ ਕਹਿੰਦੇ, ਜਾਂ ਬਸ ਇਹ ਚਾਹੁੰਦੇ ਵੀ ਦੂਜਾ ਬੰਦਾ ਖੁਸ਼ ਰਹੇ, ਉਹਦੀ ਹਾਂ ਦੇ ਵਿੱਚ ਹਾਂ ਮਿਲਦੀ ਰਹੇ। He does not like sycophants, so he wants to test his courtiers। ਕਿਉਂਕਿ ਉਹਨੂੰ ਅਜਿਹੇ ਬੰਦੇ ਨਹੀਂ ਪਸੰਦ, ਇਸੇ ਕਰਕੇ ਉਹ ਆਪਣੇ ਦਰਬਾਰ ਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਜੋ ਕੰਮ ਕਰਦੇ ਨੇ ਦਰਬਾਰੀ, ਉਹਨਾਂ ਬਾਰੇ ਜਾਣਨਾ ਚਾਹੁੰਦਾ ਹੈ। ਹਾਊ ਡਜ਼ ਹੀ ਡੂ ਦੈਟ? ਹੁਣ ਇਹ ਕਿਵੇਂ ਪਤਾ ਲਗਾਉਂਦਾ ਹੈ ਵੀ ਕਿਹੜੇ ਬੰਦੇ ਠੀਕ ਨੇ, ਕਿਹੜੇ ਬੰਦੇ ਸਿਕੋਫੈਂਟਸ ਨੇ? ਰੀਡ ਔਨ। ਚਲੋ ਪੜ੍ਹਦੇ ਹਾਂ ਇਸ ਚੈਪਟਰ ਨੂੰ। ਹੁਣ ਇਹ ਜਿਹੜਾ ਚੈਪਟਰ ਹੈਗਾ ਇਹ ਇੱਕ ਪਲੇ ਹੈਗਾ, ਤੇ ਇਹਦੇ ਵਿੱਚ ਕਿਹੜੇ ਕਿਹੜੇ ਕੈਰੈਕਟਰਸ ਹੈਗੇ ਨੇ, ਕਿਹੜੇ ਕਿਹੜੇ ਬੰਦੇ ਹੈਗੇ ਨੇ। ਦ ਕਿੰਗ ਇੱਕ ਤਾਂ ਰਾਜਾ ਹੈਗਾ, ਉਹ ਆਪ ਹੈਗਾ। ਦ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਹੈਗਾ। ਚਾਂਸਲਰ ਹੈਗਾ। ਚਾਂਸਲਰ ਇੱਕ ਵਧੀਆ ਪੋਸਟ ਹੁੰਦੀ ਹੈ ਦਰਬਾਰ ਦੇ ਵਿੱਚ, ਤੇ ਇੱਕ ਆਫੀਸ਼ੀਅਲ ਆਪਾਂ ਕਹਿ ਸਕਦੇ ਹਾਂ। ਉਸ ਤੋਂ ਇਲਾਵਾ ਹੈਗੇ ਆ ਕੋਟੀਅਰ, ਜਿਹੜੇ ਦਰਬਾਰੀ ਹੁੰਦੇ ਆ। 2 ਲੇਡੀਜ਼ ਇਨ ਵੇਟਿੰਗ, 2 ਲੇਡੀਜ਼ ਹੈਗੀਆਂ ਜੋ ਦਰਬਾਰ ਦੇ ਵਿੱਚ ਮਦਦ ਕਰਦੀਆਂ ਨੇ, ਜੋ ਐਡਵਾਈਸ ਦਿੰਦੀਆਂ ਨੇ। 2 ਨੇਬਰਸ, 2 ਗੁਆਂਢੀ ਵੀ ਹੈਗੇ ਨੇ ਇਸ ਪਲੇ ਦੇ ਵਿੱਚ। ਅੱਗੇ 2 ਹੈਰਲਡਸ। ਹੈਰਲਡਸ ਹੁੰਦਾ ਉਹ ਇਨਸਾਨ ਜੋ ਇੰਪੋਰਟੈਂਟ ਨਿਊਜ਼ ਜਿਹੜੀ ਹੈ ਦਰਬਾਰ ਦੇ ਵਿੱਚ ਆ ਕੇ ਉਹ ਅਨਾਊਂਸ ਕਰਦਾ ਹੈ। ਉਸ ਤੋਂ ਇਲਾਵਾ ਹੈਗਾ ਅ ਪੇਜ। ਹੁਣ ਪੇਜ ਇਹ ਕਾਗਜ਼ ਨਹੀਂ ਹੈਗਾ, ਇਹ ਇੱਕ ਅਟੈਂਡੈਂਟ ਹੁੰਦਾ ਜਿਹੜਾ ਮਤਲਬ ਨਾਲ ਰਾਜਾ ਦੇ ਘੁੰਮਦਾ ਹੈਗਾ, ਵੀ ਉਹਨੂੰ ਕਿਸ ਚੀਜ਼ ਦੀ ਲੋੜ ਹੁੰਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਸੈਕਟਰੀ ਹੁੰਦਾ, ਉਵੇਂ ਰਾਜੇ ਦਾ ਪੇਜ ਹੁੰਦਾ। ਤੇ ਇੱਕ ਡੌਗ ਦੀ ਗੱਲ ਕੀਤੀ ਗਈ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਕੀ ਸੀਨ ਹੁੰਦਾ ਇਸ ਪਲੇ ਦੇ ਵਿੱਚ? ਸਭ ਤੋਂ ਪਹਿਲਾਂ ਸੀਨ ਸਮਝਾਇਆ ਗਿਆ ਹੈ। ਇਨ ਦੀ ਆਡੀਅੰਸ ਰੂਮ ਆਫ ਦ ਪੈਲੇਸ, ਮਹਿਲ ਦੇ ਜਿਹੜੇ ਦਰਸ਼ਕ ਹੈਗੇ ਨੇ ਜਿਹੜੇ ਬੈਠੇ ਹੋਏ ਨੇ, ਉਸ ਕਮਰੇ ਦੀ ਗੱਲ ਕੀਤੀ ਗਈ ਹੈ। ਦ ਕੋਰਟੀਅਰਸ ਆਰ ਵੇਟਿੰਗ ਫॉर ਦ ਕਿੰਗ। ਤੇ ਉਸ ਆਡੀਅੰਸ ਰੂਮ ਦੇ ਵਿੱਚ ਜਿੱਥੇ ਦਰਬਾਰੀ ਬੈਠਦੇ ਨੇ ਜਾਂ ਸੰਗਤ ਆ ਕੇ ਬੈਠਦੀ ਹੈ, ਉਸ ਰੂਮ ਦੇ ਵਿੱਚ ਜਿਹੜੇ ਦਰਬਾਰੀ ਨੇ ਉਹ ਰਾਜੇ ਦੀ ਉਡੀਕ ਕਰ ਰਹੇ ਨੇ। ਦ ਪ੍ਰਾਈਮ ਮਿਨਿਸਟਰ ਕੌਣ ਹੈਗਾ? ਪ੍ਰਧਾਨ ਮੰਤਰੀ ਹੈਗੇ ਨੇ। ਚਾਂਸਲਰ ਆਫਿਸਰ ਹੈਗੇ ਨੇ। ਐਂਡ ਦ ਲੇਡੀਜ਼ ਇਨ ਵੇਟਿੰਗ, 2 ਲੇਡੀਜ਼ ਹੈਗੀਆਂ ਨੇ ਜਿਨ੍ਹਾਂ ਦੀ ਇਹ ਪੋਸਟ ਹੈਗੀ ਹੈ। ਆਰ ਐਂਸ਼ੀਅਸ ਟੂ ਮੀਟ ਦ ਨਿਊ ਕਿੰਗ, ਉਹ ਸਾਰੇ ਨਵੇਂ ਰਾਜੇ ਨੂੰ ਮਿਲਣ ਲਈ ਬੇਚੈਨ ਨੇ। ਚਲੋ ਅੱਗੇ ਚੱਲਦੇ ਹਾਂ। ਹੁਣ ਸਭ ਤੋਂ ਪਹਿਲਾਂ ਜਿਹੜਾ ਡਾਇਲੋਗ ਹੈਗਾ ਉਹ ਪ੍ਰਾਈਮ ਮਿਨਿਸਟਰ ਤੋਂ ਆਉਂਦਾ ਹੈ। ਹੂ ਇਜ਼ ਪਲੰਪ ਐਂਡ ਇੰਪੋਰਟੈਂਟ ਲੁਕਿੰਗ। ਪਲੰਪ ਦਾ ਮਤਲਬ ਉਹ ਥੋੜ੍ਹਾ ਜਿਹਾ ਮੋਟਾ ਹੈਗਾ, ਤੇ ਉਹ ਇੱਦਾਂ ਲੱਗ ਰਿਹਾ ਦੇਖਣ ਨੂੰ ਵੀ ਜਿਵੇਂ ਉਹ ਕਾਫੀ ਇੰਪੋਰਟੈਂਟ ਪੋਜੀਸ਼ਨ ਹੋਲਡ ਕਰਦਾ, ਜਿਵੇਂ ਫੇਸ ਤੇ ਆ ਜਾਂਦਾ ਨਾ ਵੀ ਇਹ ਬੰਦਾ ਇੰਪੋਰਟੈਂਟ ਹੈਗਾ, ਉਹੋ ਜਿਹਾ ਲੱਗ ਰਿਹਾ। ਤੇ ਪ੍ਰਾਈਮ ਮਿਨਿਸਟਰ ਕਹਿੰਦਾ ਹੈ, ਵੈਲ ਆਈ ਥਿੰਕ ਇਟ ਇਜ਼ ਸਿੰਪਲੀ ਸਟੂਪਿਡ ਹੈਵਿੰਗ ਅ ਕਿੰਗ ਨਨ ਆਫ ਅਸ has ever seen। ਤੇ ਉਹ ਕਹਿੰਦਾ ਹੈ, ਖੈਰ ਮੈਂ ਸੋਚਦਾ ਕਿ ਇਹ ਸਿਰਫ ਵੱਡੀ ਮੂਰਖਤਾ ਹੈਗੀ ਹੈ, ਅਜਿਹਾ ਰਾਜਾ ਹੋਣਾ ਸਾਡੇ ਵਿੱਚ ਜਿਹੜਾ ਕਦੇ ਕਿਸੇ ਨੇ ਦੇਖਿਆ ਹੀ ਨਹੀਂ। Why? He might be a Chinaman or an African for all we know। ਉਹ ਕਹਿੰਦਾ ਹੋ ਸਕਦਾ ਹੈ ਕਿ ਉਹ ਚਾਈਨਾ ਦਾ ਬੰਦਾ ਹੋਏ, ਚਾਈਨਾ ਵਰਗਾ ਲੱਗਦਾ ਹੋਏ ਜਿਵੇਂ ਚਾਈਨਾ ਦੇ ਲੱਗਦੇ ਨੇ, ਜਾਂ ਅਫਰੀਕਨ ਹੋਏ, ਅਫਰੀਕਾ ਤੋਂ ਹੋਏ, ਸਾਨੂੰ ਉਹਦੇ ਬਾਰੇ ਜਾਣਕਾਰੀ ਹੈ ਹੀ ਨਹੀਂ ਕੁਛ ਜ਼ਿਆਦਾ। ਉਸ ਤੋਂ ਬਾਅਦ ਫਰਸਟ ਲੇਡੀ, ਜਿਹੜੀ ਆਪਾਂ ਪੜ੍ਹੀਆਂ ਸੀ ਨਾ 2 ਲੇਡੀਜ਼ ਇਨ ਵੇਟਿੰਗ ਹੈ, ਉਹਨਾਂ ਵਿੱਚੋਂ ਫਰਸਟ ਲੇਡੀ ਬੋਲਦੀ ਹੈ, ਪਹਿਲੀ ਲੇਡੀ ਬੋਲਦੀ ਹੈ। ਹੂ ਇਜ਼ ਟਾਲ ਐਂਡ ਸਲਿਮ, ਜੋ ਦੇਖਣ ਦੇ ਵਿੱਚ ਲੰਬੀ ਹੈਗੀ ਹੈ, ਪਤਲੀ ਹੈਗੀ ਹੈ। ਲੁਕਿੰਗ ਅਪ ਫਰੋਮ ਦ ਬੁੱਕ ਔਨ ਹਰ ਨੀ, ਤੇ ਉਹ ਬੈਠੀ ਹੋਈ ਸੀ ਤੇ ਉਹਨੇ ਆਪਣੇ ਗੋਡਿਆਂ ਤੇ ਇੱਕ ਕਿਤਾਬ ਰੱਖੀ ਹੋਈ ਸੀ ਤੇ ਉਹ ਪੜ੍ਹ ਰਹੀ ਸੀ ਇਸ ਕਿਤਾਬ ਨੂੰ। ਤੇ ਕਿਉਂਕਿ ਉਹਨੇ ਬੋਲਣਾ ਸੀ ਆਪਣਾ ਡਾਇਲੋਗ, ਤੇ ਉਹਨੇ ਸਿਰ ਆਪਣਾ ਚੁੱਕਿਆ। ਡੋਂਟ ਬੀ ਸਿਲੀ, ਤੇ ਉਹ ਕਹਿੰਦੀ ਹੈ ਲੈ ਐਦੇ ਵੀ ਮੂਰਖ ਨਾ ਬਣੋ, ਅਜਿਹੀ ਗੱਲ ਨਾ ਕਰੋ। ਫਿਰ ਆਉਂਦੀ ਹੈ ਸੈਕਿੰਡ ਲੇਡੀ ਦੀ ਗੱਲ। ਹੂ ਇਜ਼ ਸ਼ਾਰਟ ਐਂਡ ਫੈਟ, ਵੈਰੀ ਫੈਟ। ਹੁਣ ਇਹ ਸੈਕਿੰਡ ਲੇਡੀ ਜਿਹੜੀ ਸੀ ਇਹ ਛੋਟੀ ਹਾਈਟ ਦੀ ਸੀ ਤੇ ਥੋੜੀ
ਮੋਟੀ ਵੀ ਸੀ ਨਾਲ ਦੀ ਨਾਲ, ਥੋੜੀ ਨਹੀਂ ਕਾਫੀ ਮੋਟੀ। ਲੁਕਿੰਗ ਅਪ ਫਰੋਮ ਦ ਹੈਂਡ ਮਿਰਰ ਸ਼ੀ ਹੈਜ਼ ਟੇਕਨ ਆਊਟ ਆਫ ਹਰ ਬੈਗ। ਇਸ ਲੇਡੀ ਨੇ ਆਪਣੇ ਬੈਗ ਦੇ ਵਿੱਚੋਂ ਇੱਕ ਸ਼ੀਸ਼ਾ ਕੱਢਿਆ ਸੀ ਤੇ ਉਹ ਇਸ ਸ਼ੀਸ਼ੇ ਨੂੰ ਛੱਡ ਕੇ ਹੁਣ ਉੱਪਰ ਵੱਲ ਨੂੰ ਦੇਖ ਰਹੀ ਸੀ ਆਪਣੀ ਗੱਲ ਕਹਿਣ ਦੇ ਲਈ। ਯੂ ਸ਼ੁਡਨਟ ਕਾਲ ਦ ਪ੍ਰਾਈਮ ਮਿਨਿਸਟਰ ਸਿਲੀ। ਤੇ ਇਹ ਜਿਹੜੀ ਬਹੁਤ ਜ਼ਿਆਦਾ ਦੂਜਿਆਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੀ, ਉਹ ਪਹਿਲੀ ਲੇਡੀ ਨੂੰ ਕਹਿੰਦੀ ਹੈ, ਲੈ ਤੂੰ ਪਾਗਲ ਹੈ, ਤੈਨੂੰ ਪ੍ਰਾਈਮ ਮਿਨਿਸਟਰ ਨੂੰ ਇੱਦਾਂ ਮੂਰਖ ਨਹੀਂ ਕਹਿਣਾ ਚਾਹੀਦਾ। ਇਟਸ ਨਾਟ ਰਿਸਪੈਕਟਫੁਲ, ਇਹ ਸਤਿਕਾਰਯੋਗ ਗੱਲ ਨਹੀਂ ਹੈ। ਫਿਰ ਫਰਸਟ ਲੇਡੀ ਕਹਿੰਦੀ ਹੈ, ਉਹ ਪਤਲੀ ਜੀ ਜਿਹੜੀ ਹੁੰਦੀ ਹੈ, ਵਾਈ ਨਾਟ ਇਫ ਹੀ ਇਜ਼ ਸਿਲੀ। ਉਹ ਕਹਿੰਦੀ ਕਿਉਂ ਨਹੀਂ, ਜੇ ਉਹ ਮੂਰਖ ਹੈਗਾ ਹੈ ਤਾਂ ਉਹਨੂੰ ਮੂਰਖ ਕਹਿਣ ਦੇ ਵਿੱਚ ਕੀ ਹਰਜ ਹੈ। ਇੰਨੇ ਨੂੰ ਆਉਂਦਾ ਹੈ ਜੀ ਚਾਂਸਲਰ ਦਾ ਡਾਇਲੋਗ, ਜਿਹੜਾ ਆਫਿਸਰ ਹੁੰਦਾ, ਇਟ ਡਜ਼ਨਟ ਮੈਟਰ ਹਾਊ ਸਿਲੀ ਹੀ ਇਜ਼ ਇਫ ਹੀ ਇਜ਼ ਦ ਪ੍ਰਾਈਮ ਮਿਨਿਸਟਰ। ਤੇ ਚਾਂਸਲਰ ਅੱਗੋਂ ਫਿਰ ਹੋਰ ਭਾਨੀ ਮਾਰਦਾ ਤੇ ਕਹਿੰਦਾ ਕੋਈ ਗੱਲ ਨਹੀਂ, ਕੀ ਫਰਕ ਪੈਂਦਾ ਕਿੰਨਾ ਬੇਵਕੂਫ ਹੈਗਾ ਹੈ ਤਾਂ ਪ੍ਰਾਈਮ ਮਿਨਿਸਟਰ ਨਾ ਸਾਡਾ। ਅੱਗੇ ਆ ਜਾਂਦੀ ਹੈ ਵਾਰੀ ਪ੍ਰਾਈਮ ਮਿਨਿਸਟਰ ਦੀ, ਤੇ ਉਹ ਕਹਿੰਦੇ ਨੇ ਕੀ ਕਰਦੇ ਹੋਏ, ਰਾਈਜ਼ਿੰਗ ਐਂਡ ਸਿਟਿੰਗ ਔਨ ਦ ਥਰੋਨ। ਉਹ ਜਿਹੜੇ ਰਾਜੇ ਦੀ ਗੱਦੀ ਸੀ ਉਹਦੇ 'ਤੇ ਕਦੇ ਬੈਠ ਰਹੇ ਸੀ, ਕਦੇ ਸਿੰਘਾਸਨ ਤੋਂ ਉੱਠ ਰਹੇ ਸੀ। ਪੁਸ਼ਿੰਗ ਦ ਚਾਂਸਲਰ ਆਫ ਦ ਆਰਮ, ਯਾਨੀ ਚਾਂਸਲਰ ਨੂੰ ਇਹਨਾਂ ਨੇ ਕੂਣੀ ਮਾਰਦੇ ਹੋਏ ਕਿਹਾ, ਆਈ ਬੈਗ ਯੂ ਟੂ ਸਟਾਪ ਕੁਅਰਲਿੰਗ। ਤੇ ਉਹ ਕਹਿੰਦਾ ਕੂਣੀ ਮਾਰਦੇ ਹੋਏ ਵੀ ਮੈਂ ਮਿੰਨਤ ਹੀ ਕਰਦਾ ਤੁਹਾਡੀ ਅੱਗੇ ਵੀ ਕਿਰਪਾ ਕਰੋ, ਇਹ ਝਗੜਨਾ ਬੰਦ ਕਰ ਦਿਓ। ਤੇ ਫਿਰ ਜਿਹੜਾ ਚਾਂਸਲਰ ਸੀ ਉਹ ਕਹਿੰਦਾ, ਯੂ ਵਿਲ ਗੈਟ ਇਨ ਟੂ ਟਰਬਲ ਇਫ ਯੂ ਆਰ ਫਾਊਂਡ ਸਿਟਿੰਗ ਔਨ ਦ ਥਰੋਨ। ਤੇ ਚਾਂਸਲਰ ਜਿਹੜਾ ਆਫਿਸਰ ਹੁੰਦਾ ਹੈ ਉਹ ਪ੍ਰਾਈਮ ਮਿਨਿਸਟਰ ਨੂੰ ਕਹਿੰਦਾ ਵੀ ਤੂੰ ਮੁਸੀਬਤ ਦੇ ਵਿੱਚ ਆ ਸਕਦਾ ਜੇ ਕਿਸੇ ਨੇ ਤੈਨੂੰ ਗੱਦੀ ਤੇ ਬੈਠੇ ਹੋਏ ਦੇਖ ਲਿਆ। ਯੂਡ ਬੈਟਰ ਗੈਟ ਅਪ, ਇਸ ਗੱਦੀ ਨੂੰ ਛੱਡ ਦੇ, ਇਹਨੂੰ ਹੁਣ ਪਰਾਂ ਕਰ ਦੇ, ਉਤਰ ਕੇ ਆਪਣੀ ਸੀਟ ਤੇ ਆ ਜਾ। ਤੇ ਫਿਰ ਦ ਕੋਟੀਅਰ ਜਿਹੜਾ ਦਰਬਾਰੀ ਹੁੰਦਾ ਹੈ, who is a handsome young man with a kind heart। ਤੇ ਜਿਹੜਾ ਕੋਟੀਅਰ ਹੈਗਾ, ਜਿਹੜਾ ਦਰਬਾਰੀ ਹੈਗਾ, ਇੱਕ ਸੁੰਦਰ ਨੌਜਵਾਨ ਹੈਗਾ ਜਿਹਦਾ ਦਿਆਲੂ ਦਿਲ ਹੈਗਾ, ਵਧੀਆ ਦਿਲ ਹੈਗਾ। I expect the Prime Minister found the steps hard, didn't you, Your Excellency? ਹੁਣ ਐਕਸੀਲੈਂਸੀ ਆਪਾਂ ਵਰਡ ਤਦ ਯੂਜ਼ ਕਰਦੇ ਹਾਂ ਜਦ ਆਪਾਂ ਕਿਸੇ ਨੂੰ ਇੱਜ਼ਤ ਦੇਣੀ ਹੋਏ, ਕੋਈ ਬਹੁਤ ਜ਼ਰੂਰੀ ਆਫੀਸ਼ੀਅਲ ਹੋਏ, ਉਹਨੂੰ ਇੱਜ਼ਤ ਦੇਣ ਲਈ ਐਕਸੀਲੈਂਸੀ ਆਪਾਂ ਯੂਜ਼ ਕਰਦੇ ਹਾਂ। ਤੇ ਦਰਬਾਰੀ ਕਹਿੰਦਾ ਮੈਨੂੰ ਲੱਗਦਾ ਹੈ ਇਹਨਾਂ ਨੂੰ ਥੱਲੇ ਉਤਰਨ ਦੇ ਵਿੱਚ ਦਿੱਕਤ ਹੋ ਰਹੀ ਹੈ, ਸਟੈਪਸ ਥੋੜ੍ਹੇ ਹਾਰਡ ਨੇ। ਕਹਿਣ ਦਾ ਮਤਲਬ ਗੱਦੀ ਤੋਂ ਥੱਲੇ ਉਤਰਨਾ ਕਿੰਨਾ ਮੁਸ਼ਕਿਲ ਆ ਉਹ ਸਮਝ ਸਕਦਾ। ਪ੍ਰਾਈਮ ਮਿਨਿਸਟਰ ਵੈਰੀ ਹਾਰਡ, ਉਹ ਕਹਿੰਦਾ ਬਹੁਤ ਮੁਸ਼ਕਿਲ ਨੇ। ਐਂਡ ਹਿਜ਼ ਮੈਜੈਸਟੀ ਇਜ਼ ਕੀਪਿੰਗ ਅਸ ਵੇਟਿੰਗ ਅ ਲੌਂਗ ਟਾਈਮ। ਉਹ ਕਹਿੰਦਾ ਇੱਥੋਂ ਉਤਰਨਾ ਤਾਂ ਬਹੁਤ ਮੁਸ਼ਕਿਲ ਹੈਗਾ ਹੀ ਹੈਗਾ, ਪਰ ਜਿਹੜੇ ਮਹਾਰਾਜ ਨੇ ਉਹ ਸਾਨੂੰ ਲੰਬੇ ਸਮੇਂ ਤੋਂ ਉਡੀਕ ਕਰਾ ਰਹੇ ਨੇ। ਆਈ ਐਮ ਐਂਸ਼ੀਅਸ, ਮੈਂ ਉਤਸੁਕ ਹਾਂ, ਵੈਰੀ ਐਂਸ਼ੀਅਸ, ਮਤਲਬ ਉਹ ਕਹਿੰਦਾ ਮੈਂ ਉਤਸੁਕ ਹਾਂ, ਚਿੰਤਿਤ ਹੈਗਾ ਵੀ ਆਖਿਰ ਸਾਡਾ ਨਵਾਂ ਰਾਜਾ ਹੈ ਤੇ ਹੈ ਕੌਣ। ਫਿਰ ਬਾਰੀ ਆਉਂਦੀ ਹੈ ਫਰਸਟ ਲੇਡੀ ਦੀ। ਮੈਂ ਦੱਸਿਆ ਸੀ ਲੰਬੀ ਜੀ ਹੈਗੀ ਹੈ, ਸਲਿਮ ਜੀ। ਵਾਟ ਅਬਾਊਟ, ਕਹਿੰਦੀ ਕਿਸ ਬਾਰੇ ਐਂਸ਼ੀਅਸ ਹੈਗਾ ਤੂੰ, ਚਿੰਤਿਤ ਹੈਗਾ। ਫਿਰ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਅਬਾਊਟ ਦਿਸ ਨਿਊ ਕਿੰਗ whom none of us knows। ਤੇ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਇਹ ਉਤਸੁਕ ਹੈਗਾ ਉਸ ਨਵੇਂ ਰਾਜੇ ਬਾਰੇ ਜਿਸ ਨੂੰ ਸਾਡੇ ਵਿੱਚੋਂ ਕਿਸੇ ਨੇ ਦੇਖਿਆ ਨਹੀਂ, ਕੋਈ ਜਾਣਦਾ ਨਹੀਂ। ਵਾਈ, ਹੀ ਮੇ ਬੀ ਅ ਟਾਇਰੈਂਟ, ਅ ਪਰਫੈਕਟ ਟਾਇਰੈਂਟ। ਉਹ ਕਹਿੰਦਾ ਹੋ ਸਕਦਾ ਹੈ ਕਿ ਉਹ ਜਿਹੜਾ ਨਵਾਂ ਰਾਜਾ ਹੋਏ ਉਹ ਥੋੜ੍ਹਾ ਜ਼ਾਲਮੀ ਟਾਈਪ ਹੋਏ, ਮਤਲਬ ਸਟ੍ਰਿਕਟ ਹੋਏ। ਟੈਰੈਂਟ ਦਾ ਮਤਲਬ ਹੁੰਦਾ ਉਹ ਇਨਸਾਨ ਜੋ ਬਹੁਤ ਜ਼ਿਆਦਾ ਕਰੂਅਲ ਹੁੰਦਾ ਹੈ, ਜਿਹੜਾ ਇਨਸਾਨ ਨਰਮ ਦਿਲ ਦਾ ਨਹੀਂ ਹੁੰਦਾ, ਉਹਨੂੰ ਟਾਇਰੈਂਟ ਕਹੀਦਾ। ਪੰਜਾਬੀ ਵਿੱਚ ਆਪਾਂ ਕਹਿ ਸਕਦੇ ਹਾਂ ਜ਼ਾਲਮ ਹੋਏ। ਫਿਰ ਆਉਂਦੀ ਹੈ ਸੈਕਿੰਡ ਲੇਡੀ ਦੀ ਗੱਲ, ਜਿਹੜੀ ਮੋਟੀ ਜੀ ਸੀ। ਪੁਟਿੰਗ ਹਰ ਹੇਅਰ ਸਟ੍ਰੇਟ, ਉਹ ਹੁਣ ਆਪਣੇ ਵਾਲ ਠੀਕ ਕਰ ਰਹੀ ਸੀ। ਵਾਟਸ ਅ ਟਾਇਰੈਂਟ, ਉਹ ਕਹਿੰਦੀ ਇਹ ਟਾਇਰੈਂਟ ਕੀ ਹੁੰਦਾ। ਫਰਸਟ ਲੇਡੀ, ਲੰਬੀ ਜੀ ਲੇਡੀ, ਉਹ ਕਹਿੰਦੀ ਹੈ ਵਨ who makes you eat rice pudding when he knows you hate it। ਤੇ ਪਹਿਲੀ ਔਰਤ ਜਿਹੜੀ ਫਰਸਟ ਲੇਡੀ ਸੀ ਉਹ ਸਮਝਾਉਂਦੀ ਹੈ ਉਹ ਇਨਸਾਨ ਹੁੰਦਾ ਹੈ ਟਾਇਰੈਂਟ, ਜ਼ਾਲਮੀ, ਜੋ ਤੁਹਾਨੂੰ ਚੌਲ ਦਾ ਹਲਵਾ, ਜਿਹਨੂੰ ਆਪਾਂ ਪੁਡਿੰਗ ਕਹੀਦਾ ਅੰਗਰੇਜ਼ੀ ਵਿੱਚ, ਉਹ ਖਾਣ ਨੂੰ ਮਜਬੂਰ ਕਰ ਰਹੇ ਜਦ ਕਿ ਉਹਨੂੰ ਪਤਾ ਹੈ ਕਿ ਤੁਸੀਂ ਇਸ ਡਿਸ਼ ਨੂੰ ਨਫ਼ਰਤ ਕਰਦੇ ਹੋ। ਫਿਰ ਸੈਕਿੰਡ ਲੇਡੀ ਬੋਲਦੀ ਹੈ ਪਰ ਆਈ ਲਾਈਕ ਰਾਈਸ ਪੁਡਿੰਗ। ਉਹ ਕਹਿੰਦੀ ਮੈਨੂੰ ਨਫ਼ਰਤ ਕਰਨ ਵਾਲੀ ਕੋਈ ਗੱਲ ਲੱਗਦੀ ਨਹੀਂ, ਮੈਨੂੰ ਤਾਂ ਇਹ ਡਿਸ਼ ਵਧੀਆ ਲੱਗਦੀ ਹੈ। ਬੇਵਕੂਫੀ ਥੋੜ੍ਹੀ ਜਿਹੀ ਝਲਕ ਰਹੀ ਹੈ ਇੱਥੇ।
ਫਰਸਟ ਲੇਡੀ ਕਹਿੰਦੀ ਹੈ ਯੂ ਲਾਈਕ ਐਨੀਥਿੰਗ ਟੂ ਈਟ। ਉਹ ਕਹਿੰਦੀ ਹੈ ਚੱਲ ਤੇਰੀ ਗੱਲ ਤਾਂ ਛੱਡ ਹੀ ਦੋ, ਤੁਹਾਨੂੰ ਤਾਂ ਖਾਣ ਨੂੰ ਹਰ ਚੀਜ਼ ਪਸੰਦ ਹੈ। ਹੁਣ ਚਾਂਸਲਰ ਦੀ ਵਾਰੀ ਆਉਂਦੀ ਹੈ, ਉਹ ਕੀ ਕਹਿੰਦੇ ਨੇ, ਵਿਲ ਯੂ ਸਟਾਪ ਬੀਇੰਗ ਰੂਡ ਟੂ ਵਨ ਅਨਦਰ। ਤੇ ਚਾਂਸਲਰ ਕਹਿੰਦੇ ਨੇ ਕੀ ਤੁਸੀਂ ਇੱਕ ਦੂਜੇ ਨਾਲ ਰੁੱਖਾ ਵਿਵਹਾਰ ਜਿਹੜਾ ਹੈਗਾ ਉਹ ਬੰਦ ਕਰੋਗੇ। ਦ ਕਿੰਗ ਮੇ ਬੀ ਹੀਅਰ ਐਟ ਐਨੀ ਮੋਮੈਂਟ। ਰਾਜਾ ਕਿਸੇ ਵੀ ਸਮੇਂ ਇੱਥੇ ਆ ਸਕਦਾ ਹੈ। ਵਾਈ ਆਰ ਯੂ ਸਟੇਅਰਿੰਗ ਐਟ ਆਊਟ ਆਫ ਦੈਟ ਵਿੰਡੋ। ਉਹ ਕਹਿੰਦਾ ਵੀ ਹੁਣ ਤੁਸੀਂ ਖਿੜਕੀ ਤੋਂ ਬਾਹਰ ਕਿਉਂ ਝਾਤੀ ਜਾ ਰਹੇ ਹੋ, ਦੇਖੀ ਜਾ ਰਹੇ ਹੋ। ਕੋਟੀਅਰ ਨੀਲਿੰਗ ਔਨ ਦ ਵਿੰਡੋ ਸੀਟ। ਉਹ ਕੀ ਕਰਦਾ, ਵਿੰਡੋ ਦੀ ਜਿਹੜੀ ਸੀਟ ਸੀ, ਜਿਹੜੀ ਖਿੜਕੀ ਸੀ, ਉਹਦੇ 'ਤੇ ਆਪਣੇ ਸੀਟ 'ਤੇ ਗੋਡੇ ਟਕਾ ਕੇ ਬਾਹਰ ਵੱਲ ਨੂੰ ਝਾਤੀ ਮਾਰਦਾ। ਦੇਅਰ ਆਰ ਕਰਾਊਡਸ ਆਫ ਪੀਪਲ ਇਨ ਦ ਸਟਰੀਟ। ਅਤੇ ਉਹ ਕਹਿੰਦਾ ਗਲੀ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ। ਐਂਡ ਇਟ ਇਜ਼ ਪੋਰਿੰਗ ਵਿਦ ਰੇਨ। ਅਤੇ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ। ਦੇ ਡੋਂਟ ਸੀਮ ਟੂ ਮਾਈਂਡ ਅ ਬਿਟ। ਪਰ ਜਿਹੜੇ ਲੋਕ ਬਾਹਰ ਖੜੇ ਨੇ, ਇੰਤਜ਼ਾਰ ਕਰ ਰਹੇ ਨੇ, ਇੰਝ ਲੱਗਦਾ ਵੀ ਉਹਨਾਂ ਨੂੰ ਇੰਤਜ਼ਾਰ ਕਰਨ ਤੋਂ ਕੋਈ ਦਿੱਕਤ ਹੈ ਹੀ ਨਹੀਂ। ਨਾਓ ਦੇ ਆਰ ਆਲ ਵੇਵਿੰਗ ਦੇਅਰ ਹੈਂਡਸ। ਅਤੇ ਹੁਣ ਉਹ ਸਾਰੇ ਇਕੱਠੇ ਹੋ ਕੇ ਆਪਣਾ ਹੱਥ ਝੂਲ ਰਹੇ ਨੇ, ਹਿਲਾ ਰਹੇ ਨੇ। ਦ ਸਾਊਂਡ ਆਫ ਟਰੰਪਟ ਇਜ਼ ਹਰਡ। ਅਤੇ ਇਸ ਤੋਂ ਬਾਅਦ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਅਤੇ ਉਹ ਕਿਸ ਦੀ ਸੁਣਾਈ ਦਿੰਦੀ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ ਜਿਵੇਂ ਪੁੰਗੀ ਹੁੰਦੀ ਹੈ ਨਾ, ਲੰਬਾ ਜਿਹਾ ਇੰਸਟਰੂਮੈਂਟ ਹੁੰਦਾ ਹੈ, ਜਿਵੇਂ ਰਾਜੇ ਜਦ ਆਉਂਦੇ ਨੇ ਤਾਂ ਉਹ ਵਜਾਇਆ ਜਾਂਦਾ, ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ। ਆਹ ਹੇਅਰ ਹੀ ਕਮਸ। ਅਤੇ ਕੋਈ ਕਹਿੰਦਾ ਆਹ ਦੇਖੋ, ਇਹ ਜਿਹੜੀ ਆਵਾਜ਼ ਆਈ ਹੈ ਇਹ ਤੋਂ ਪਤਾ ਲੱਗ ਰਿਹਾ ਵੀ ਹੁਣ ਆ ਗਿਆ ਜਿਹਦੀ ਉਡੀਕ ਆਪਾਂ ਕਰ ਰਹੇ ਸੀ। ਕ੍ਰੇਨਿੰਗ ਨੀਅਰਰ ਟੂ ਦ ਵਿੰਡੋ। ਚਾਂਸਲਰ ਹੀ ਕਹਿ ਰਿਹਾ, ਕ੍ਰੇਨ ਇੱਕ ਬਰਡ ਹੁੰਦੀ ਹੈ, ਉਹਦੀ ਲੰਬੀ ਜੀ ਨਾ ਨੈਕ ਹੁੰਦੀ ਹੈ, ਅਤੇ ਇਹ ਵੀ ਆਪਣੀ ਨੈਕ ਨੂੰ ਇੱਧਰ ਉੱਧਰ ਘੁਮਾਉਂਦਾ ਹੋਏ, ਗਰਦਨ ਨੂੰ ਘੁਮਾਉਂਦਾ ਹੋਏ ਦੇਖ ਰਿਹਾ ਸੀ ਖਿੜਕੀ ਤੋਂ। ਵੈਲ ਦੈਟਸ ਕੁਈਅਰ। ਅਤੇ ਉਹ ਕਹਿੰਦਾ ਕੁਈਅਰ ਦਾ ਮਤਲਬ ਇਹ ਅਜੀਬ ਜੀ ਗੱਲ ਹੈ। ਅਤੇ ਸੈਕਿੰਡ ਲੇਡੀ ਉਹਨੂੰ ਫੇਰ ਇਹਦਾ ਮਤਲਬ ਨਹੀਂ ਪਤਾ ਸੀ, ਅਤੇ ਉਹ ਕਹਿੰਦੀ ਵਾਟਸ ਕੁਈਅਰ, ਇਹਦਾ ਕੀ ਮਤਲਬ ਹੁੰਦਾ। ਪਰ ਮੈਂ ਉਮੀਦ ਕਰਦੀ ਹਾਂ ਹੁਣ ਤੁਹਾਨੂੰ ਤਾਂ ਪਤਾ ਲੱਗ ਗਿਆ ਕੁਈਅਰ ਦਾ ਮਤਲਬ ਕੀ ਹੁੰਦਾ, ਅਜੀਬ। ਅਤੇ ਕੋਟੀਅਰ ਕਹਿੰਦਾ ਨੈਵਰ ਮਾਈਂਡ ਯੂਲ ਸੂਨ ਸੀ। ਅਤੇ ਕੋਟੀਅਰ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਛੱਡ ਇਹਦਾ ਮਤਲਬ ਜਾਣਨਾ, ਤੂੰ ਆਪੇ ਦੇਖ ਲੇਂਗੀ। ਹੁਣ ਸੈਕਿੰਡ ਲੇਡੀ ਬਟ ਆਈ ਵੋਂਟ ਟੂ ਨੋ ਨਾਓ। ਉਹ ਕਹਿੰਦੀ ਮੈਂ ਵੇਟ ਨਹੀਂ ਕਰਨੀ, ਮੈਂ ਹੁਣੇ ਜਾਣਨਾ ਚਾਹੁੰਦੀ ਹਾਂ। ਦ ਟਰੰਪਟ ਇਜ਼ ਹਰਡ ਅਗੇਨ। ਫਿਰ ਤੋਂ ਆਵਾਜ਼ ਸੁਣਨ ਨੂੰ ਮਿਲਦੀ ਹੈ। ਐਂਡ ਦਿਸ ਟਾਈਮ ਇਟ ਸਾਊਂਡਸ ਨੀਅਰਰ। ਅਤੇ ਐਤਕੀ ਜਿਹੜੀ ਆਵਾਜ਼ ਸੀ ਉਹ ਇਵੇਂ ਲੱਗ ਰਿਹਾ ਸੀ ਬੜੇ ਨੇੜੇ ਤੋਂ ਆ ਰਹੀ ਹੈ। ਫਿਰ ਫਰਸਟ ਲੇਡੀ ਕਹਿੰਦੀ ਹੈ, ਉਹ ਲੰਬੀ ਜੀ ਜਿਹੜੀ ਹੁੰਦੀ ਹੈ, ਯੂਡ ਬੈਟਰ ਗੈਟ ਅਪ ਆਫ ਦੈਟ ਥਰੋਨ ਜਿਮ ਕਰੋ। ਅਤੇ ਉਹ ਜ਼ੋਰ ਦੀ ਬੋਲਦੀ ਹੈ, ਤੂੰ ਬਿਹਤਰ ਹੈਗਾ ਇਸ ਗੱਦੀ ਨੂੰ ਛੱਡ ਦੇ ਅਤੇ ਇੱਥੋਂ ਉਤਰ ਜਾਏ ਰਾਜ ਗੱਦੀ ਤੋਂ। ਅਤੇ ਆਵਾਜ਼ ਦੇ ਵਿੱਚ ਜਿਹੜਾ ਉਹ ਨਾਂ ਲੈਂਦੀ ਹੈ, ਉਹ ਲੈਂਦੀ ਹੈ ਜਿਮ ਕਰੋ ਦਾ। ਅਤੇ ਪ੍ਰਾਈਮ ਮਿਨਿਸਟਰ ਕਹਿੰਦਾ ਸਟਾਪ ਕਾਲਿੰਗ ਮੀ ਜਿਮ ਕਰੋ। ਉਹ ਕਹਿੰਦਾ ਮੈਨੂੰ ਜਿਮ ਕਰੋ ਕਹਿਣਾ ਬੰਦ ਕਰੋ। ਮਾਈ ਨੇਮ ਇਜ਼ ਜੇਮਸ ਕਰੋਥਰ, ਸਰ ਜੇਮਸ ਕਰੋਥਰ। ਅਤੇ ਉਹ ਕਹਿੰਦਾ ਮੇਰਾ ਨਾਮ ਜਿਮ ਕਰੋ ਨਹੀਂ ਹੈ, ਮੇਰਾ ਨਾਮ ਹੈਗਾ ਸਰ ਜੇਮਸ ਕਰੋਥਰ। ਫਿਰ ਚਾਂਸਲਰ ਕਹਿੰਦਾ ਐਜ਼ ਅ ਥਰਡ ਟਰੰਪਟ ਸਾਊਂਡ। ਜਦ ਤੀਜੀ ਵਾਰ ਆਵਾਜ਼ ਆਉਂਦੀ ਹੈ, ਹੇਅਰ ਕਮਸ ਹਿਜ਼ ਮੈਜੈਸਟੀ। ਆ ਗਏ ਮਹਾਰਾਜ। Both he and the Prime Minister puff themselves out importantly and stand on either side of the throne. ਹੁਣ ਪਫ ਦਾ ਮਤਲਬ ਹੁੰਦਾ ਛਾਤੀ ਚੌੜੀ ਕਰਕੇ ਖੜੇ ਹੋ ਜਾਣਾ, ਜਿਵੇਂ ਤੁਹਾਨੂੰ ਬਹੁਤ ਗਰਵ ਹੁੰਦਾ ਹੈ ਨਾ। ਅਤੇ ਜਦ ਰਾਜਾ ਸਾਹਿਬ ਅੰਦਰ ਆਉਂਦੇ ਨੇ, ਮੰਨ ਲਓ ਆ ਰਾਜਾ ਸਾਹਿਬ ਨੇ ਇਹਨਾਂ ਦੀਆਂ ਅੱਖਾਂ ਬਣਾ ਦਿੰਦੇ ਨੇ, ਅਤੇ ਉਹ ਦੋਨੋਂ ਜਿਹੜੇ ਪ੍ਰਾਈਮ ਮਿਨਿਸਟਰ ਸੀ ਅਤੇ ਚਾਂਸਲਰ ਸੀ, ਪੀ ਤੋਂ ਪ੍ਰਾਈਮ ਮਿਨਿਸਟਰ, ਸੀ ਤੋਂ ਚਾਂਸਲਰ, ਉਹ ਰਾਜੇ ਦੀ ਜਿਹੜੀ ਗੱਦੀ ਸੀ ਉਹਦੇ ਆਲੇ ਦੁਆਲੇ ਚੁੱਪਚਾਪ ਜਾ ਕੇ ਖੜੇ ਹੋ ਜਾਂਦੇ ਨੇ ਅਤੇ ਐਵੇਂ ਸ਼ੋਅ ਕਰਦੇ ਨੇ ਵੀ ਅਸੀਂ ਦੋਵੇਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਹਾਂ। ਸੈਕਿੰਡ ਲੇਡੀ ਕਹਿੰਦੀ, ਉਹ ਜਿਹੜੀ ਥੋੜ੍ਹੀ ਹੈਵੀ ਜੀ ਸੀ, ਆਈ ਡੂ ਹੋਪ ਹੀ ਇਜ਼ ਹੈਂਡਸਮ। ਅਤੇ ਉਮੀਦ ਕਰਦੀ ਹੈ ਅਤੇ ਕਹਿੰਦੀ ਹੈ ਵੀ ਮੈਂ ਉਮੀਦ ਕਰਦੀ ਹਾਂ ਵੀ ਇਹ ਜਿਹੜਾ ਰਾਜਾ ਹੋਏ ਇਹ ਸਮਾਰਟ ਹੋਏ। ਸ਼ੀ ਰਾਈਜ਼ਿਸ ਐਂਡ ਸਮੂਦਨਸ ਹਰ ਡਰੈਸ। ਅਤੇ ਕਿਉਂਕਿ ਉਹਨੂੰ ਆਪਣੀ ਡਰੈਸ ਦੀ, ਆਪਣੇ ਬਾਲਾਂ ਦੀ, ਮੇਕਅਪ ਦੀ ਬਹੁਤ ਫਿਕਰ ਹੁੰਦੀ ਹੈ, ਤਾਂ ਇਸੇ ਕਰਕੇ ਉਹ ਖੜੀ ਹੁੰਦੀ ਹੈ। ਸਮੂਦਨ ਦਾ ਮਤਲਬ ਜਦ ਆਪਾਂ ਬੈਠਦੇ ਹਾਂ ਤਾਂ ਵਲ ਜੇ ਪੈ ਜਾਂਦੇ ਆ ਕੱਪੜਿਆਂ ਦੇ ਵਿੱਚ, ਅਤੇ ਉਹ ਖੜੀ ਹੁੰਦੀ ਹੈ ਇੱਕ ਵਾਰ ਅਤੇ ਆਪਣੇ ਕੱਪੜਿਆਂ ਨੂੰ ਠੀਕ ਕਰਦੀ ਹੈ, ਜਿਹੜੀ ਪਰਤਾਂ ਹੁੰਦੀਆਂ ਉਹਦੇ ਵਿੱਚ ਪਈਆਂ ਹੋਈਆਂ ਉਹਨਾਂ ਨੂੰ ਸੈੱਟ ਕਰਦੀ ਹੈ। ਚਾਂਸਲਰ ਕਹਿੰਦਾ ਆਫ ਕੋਰਸ ਹੀ ਇਜ਼ ਹੈਂਡਸਮ। ਅਤੇ ਉਹ ਕਹਿੰਦਾ ਹਾਂ ਹਾਂ ਬੇਸ਼ੱਕ
ਰਾਜਾ ਸੋਹਣਾ ਹੀ ਹੈਗਾ। ਪ੍ਰਾਈਮ ਮਿਨਿਸਟਰ ਕਹਿੰਦਾ ਆਈ ਹੋਪ ਹੀ ਵੋਂਟ ਵਾਂਟ ਹਿਜ਼ ਓਨ ਵੇ ਟੂ ਮੱਚ। ਅਤੇ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਮੈਂ ਉਮੀਦ ਕਰਦਾ ਵੀ ਇਹਨੂੰ ਆਪਣੀ ਚਲਾਉਣ ਦੀ ਆਦਤ ਨਾ ਹੋਏ, ਵੀ ਹਰ ਚੀਜ਼ ਆਪਣੇ ਅਨੁਸਾਰ ਹੀ ਇਹਨੇ ਕਰਨੀ ਹੋਏ, ਆਪਣੇ ਹਿਸਾਬ ਨਾਲ ਹੀ ਕੰਮ ਕਰਾਉਣਾ ਹੋਏ, ਮਤਲਬ ਇਹ ਰਲ ਮਿਲ ਕੇ ਸਾਰਿਆਂ ਦੀ ਗੱਲ ਸੁਣ ਕੇ ਫਿਰ ਫੈਸਲਾ ਲਏ। ਅਤੇ ਚਾਂਸਲਰ ਕਹਿੰਦਾ ਅਫਕੋਰਸ ਹੀ ਵੋਂਟ ਵਾਂਟ ਹਿਜ਼ ਓਨ ਵੇ ਟੂ ਮੱਚ। ਬਿਲਕੁਲ ਬਿਲਕੁਲ ਐਵੇਂ ਨਹੀਂ ਕਰੇਗਾ ਉਹ ਵੀ ਆਪਣੀ ਚਲਾਉਂਦਾ ਜਾਏ, ਸਾਰਿਆਂ ਦੀ ਸੁਣੂਗਾ। ਕੋਟੀਅਰ ਰਾਈਜ਼ਿੰਗ। ਹੁਣ ਅਜੇ ਰਾਜਾ ਬੈਠਿਆ ਨਹੀਂ ਸੀ, ਉਹ ਐਂਟਰ ਹੋਇਆ ਸੀ ਜਦ ਨੂੰ ਪ੍ਰਾਈਮ ਮਿਨਿਸਟਰ ਅਤੇ ਚਾਂਸਲਰ ਨੇ ਜਾ ਕੇ ਆਪਣੀ ਸੀਟ ਲੈ ਲਈ ਸੀ ਥਰੋਨ ਦੇ, ਗੱਦੀ ਦੇ ਆਲੇ ਦੁਆਲੇ, ਅਤੇ ਇਹਨੂੰ ਦੁਬਾਰਾ ਠੀਕ ਕਰ ਦਿੰਦੇ ਹਾਂ। ਅਤੇ ਗੱਲਾਂ ਚੱਲ ਰਹੀਆਂ ਸੀ। ਇੰਨੀ ਦੇਰ ਨੂੰ ਜਿਹੜੇ ਕੋਟੀਅਰ ਹੁੰਦੇ ਨੇ, ਦਰਬਾਰੀ ਹੁੰਦੇ ਨੇ, ਉਹ ਖੜੇ ਹੋ ਜਾਂਦੇ ਨੇ। ਵਾਈ ਸ਼ੁਡਨਟ ਹੀ ਵਾਂਟ ਹਿਜ਼। ਅਤੇ ਉਹ ਜਿਹੜਾ ਦਰਬਾਰੀ ਉਹ ਖੜਾ ਹੋ ਕੇ ਬੋਲਦਾ ਵੀ ਕੀ ਹੋ ਗਿਆ ਜੇ ਉਹ ਆਪਣੀ ਵੀ ਚਲਾ ਲੈਂਦਾ ਹੈ, ਵੀ ਅਜਿਹੀ ਕਿਹੜੀ ਗੱਲ ਹੋ ਗਈ ਵੀ ਤੁਸੀਂ ਕਿਹੜੀ ਉਹਨੂੰ ਐਡਵਾਈਸ ਦੇ ਦੇਣੀ ਹੈ। ਪ੍ਰਾਈਮ ਮਿਨਿਸਟਰ ਇੰਨੇ ਨੂੰ ਕਹਿੰਦਾ ਬੀ ਕੁਆਇਟ ਹੇਅਰ ਹੀ ਇਜ਼। ਅਤੇ ਪ੍ਰਾਈਮ ਮਿਨਿਸਟਰ ਕਹਿੰਦਾ ਚੁੱਪ ਹੋ ਜਾਓ, ਆ ਗਿਆ ਰਾਜਾ। ਹੁਣ ਟੂ ਹੈਰਲਡਸ ਐਂਟਰ ਬਲੋਇੰਗ ਦੇਅਰ ਟਰੰਪੈਟਸ। ਹੁਣ ਇੱਥੇ ਸੀਗਾ ਰਾਜਾ ਅਤੇ ਉਹਦੇ ਅੱਗੇ ਰਾਜੇ ਦੇ ਇੱਥੇ 2 ਹੈਰਲਡ ਸੀ ਜੋ ਕਿ ਇੰਪੋਰਟੈਂਟ ਅਨਾਊਂਸਮੈਂਟ ਨਹੀਂ ਕਰਦੇ। ਮੰਨ ਲਓ ਆ ਮਾਈਕ ਹੈਗਾ ਅਤੇ ਉਹ ਹੈਰਲਡ ਸੀ ਜੋ ਟਰੰਪੇਟ ਜਿਹੜਾ ਸੀ ਉਹਨੂੰ ਵਜਾ ਰਹੇ ਸੀ, ਆਵਾਜ਼ ਕੱਢ ਰਹੇ ਸੀ ਜਿਵੇਂ ਰਾਜਾ ਐਂਟਰੀ ਕਰਦਾ। ਦੇ ਆਰ ਫੋਲੋਡ ਬਾਈ ਦ ਕਿੰਗ। ਅਤੇ ਉਹਨਾਂ ਦੇ ਪਿੱਛੇ ਕਿੰਗ ਆ ਰਿਹਾ ਸੀ। ਹੂ ਵੇਅਰਸ ਅ ਬੋਲਰ ਹੈਟ ਐਂਡ ਵਾਕਸ ਵਿਦ ਅ ਪ੍ਰੋਨਾਊਂਸਡ ਲਿੰਪ। ਹੁਣ ਇਹ ਜਿਹੜਾ ਰਾਜਾ ਸੀ ਇਹਨੇ ਸਿਰ 'ਤੇ ਜਿਵੇਂ ਆਪਾਂ ਕਰਾਊਨ ਨਹੀਂ ਪਾਉਂਦੇ ਉਹ ਨਹੀਂ ਪਾਇਆ ਹੋਇਆ ਸੀ, ਉਸਦੇ ਇਲਾਵਾ ਇੱਕ ਸਿੰਪਲ ਜਿਵੇਂ ਹੈਟ ਨਹੀਂ ਹੁੰਦੀ ਇੱਦਾਂ ਕਰਕੇ ਇਹਨੇ ਉਹ ਬੋਲਰ ਦੀ ਜਿਹੜੀ ਹੈਟ ਹੁੰਦੀ ਹੈ ਉਹ ਪਾਇਆ ਹੋਇਆ ਸੀ। ਅਤੇ ਉਹ ਬੜੇ ਪ੍ਰੋਨਾਊਂਸਡ ਯਾਨੀ ਕਿ ਬਹੁਤ ਜਿਹੜਾ ਚੀਜ਼ ਸਾਫ਼ ਦਿਖ ਰਹੀ ਹੋਏ, ਕਲੀਅਰਲੀ ਦਿਖ ਰਹੀ ਹੋਏ, ਉਹ ਲਿੰਪ ਕਰਕੇ ਚੱਲ ਰਿਹਾ ਸੀ, ਯਾਨੀ ਇੱਕ ਲੰਗੜੀ ਟੰਗ ਕਰਕੇ ਚੱਲ ਰਿਹਾ ਸੀ। ਬਿਹਾਈਂਡ ਹਿਮ ਕਮਸ ਅ ਪੇਜ। ਅਤੇ ਉਹਦੇ ਪਿੱਛੇ ਇੱਕ ਉਹਨਾਂ ਦੇ ਅਟੈਂਡੈਂਟ ਆ ਰਹੇ ਸੀ, ਆਪਾਂ ਇਹ ਪੇਜ ਕਹਿ ਦਿੰਦੇ ਹਾਂ। ਕੈਰਿੰਗ ਅ ਡੌਗ ਔਨ ਅ ਕੁਸ਼ਨ। ਅਤੇ ਉਹਨਾਂ ਦੇ ਹੱਥ ਵਿੱਚ ਇੱਕ ਕੁਸ਼ਨ ਸੀ, ਜਿਵੇਂ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਤਕੀਆ ਸੀ, ਜਿਹਦੇ 'ਤੇ ਇੱਕ ਡੌਗ ਬੈਠਿਆ ਹੋਇਆ ਸੀ। ਬਿਹਾਈਂਡ ਦ ਪੇਜ ਵਾਕ 2 ਨੇਬਰਸ, ਈਚ ਆਫ ਦੈਮ ਹੋਲਡਿੰਗ ਅ ਲੀਡ ਅਟੈਚ ਟੂ ਦ ਡੌਗਸ ਕਾਲਰ। ਹੁਣ ਮੰਨ ਲਓ ਇੱਥੇ ਮੈਂ ਦੁਬਾਰਾ ਡਰॉ ਕਰਕੇ ਦਿਖਾਉਂਦੀ ਹਾਂ। ਹੁਣ ਸਾਨੂੰ ਪਤਾ ਲੱਗ ਗਿਆ ਰਾਜਾ ਦੇ ਅੱਗੇ 2 ਹੈਰਲਡਸ, ਇੱਥੇ ਇਹ 2 ਹੈਰਲਡਸ ਹੋ ਗਏ, ਇੱਥੇ ਸੀ ਰਾਜਾ, ਕਿੰਗ ਆ ਗਿਆ। ਇਹਦੇ ਪਿੱਛੇ ਚੱਲ ਰਹੇ ਸੀ ਪੇਜ ਜਿਨ੍ਹਾਂ ਦੇ ਹੱਥ ਦੇ ਵਿੱਚ ਇੱਕ ਕੁਸ਼ਨ 'ਤੇ ਕੁੱਤਾ ਸੀ। ਹੁਣ ਇਸ ਕੁੱਤੇ ਦੇ ਜਿਹੜੀ ਆਪਾਂ ਕੁੱਤੇ ਦੇ ਫੱਟਾ ਨਹੀਂ ਪਾਉਂਦੇ ਉਹਨੂੰ ਲੀਡ ਕਹੀਦਾ। ਜਿਹੜਾ ਲੀਸ਼ ਹੁੰਦੀ ਹੈ ਉਹ ਜਾਨਵਰ ਜਿਹੜਾ ਵਾਈਲਡ ਦੇ ਵਿੱਚ ਹੁੰਦਾ ਉਹਦੇ ਲਈ ਯੂਜ਼ ਕੀਤਾ ਜਾਂਦਾ, ਪਰ ਇਹ ਪੇਜ ਨੇ ਜਿਹੜਾ ਕੁੱਤਾ ਫੜਿਆ ਹੋਇਆ ਸੀ ਗੋਦੀ ਦੇ ਵਿੱਚ ਆਪਣੇ, ਆ ਮੰਨ ਲਓ ਪੇਜ ਨੇ ਫੜਿਆ ਹੋਇਆ, ਇਹਦੀ ਗਰਦਨ ਨਾਲ ਅਟੈਚਡ ਲੀਸ਼ ਆਪਾਂ ਕਹਿ ਸਕਦੇ ਹਾਂ 2 ਬੰਦਿਆਂ ਨੇ ਫੜੀ ਹੋਈ ਸੀ, ਇੱਕ ਇਹ ਜੋ ਕਿ ਆਪਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਾਮ ਦਿੱਤਾ ਹੋਇਆ ਉਹਨਾਂ ਦਾ ਨੇਬਰਸ ਜਾਂ ਗਵਾਂਢੀ। ਡੌਗ ਦੇ ਕਾਲਰ 'ਤੇ ਸੀ ਨਾ, ਉਹ ਕਾਲਰ 'ਤੇ ਹੀ ਹੁੰਦਾ, ਗਰਦਨ 'ਤੇ ਹੀ ਹੁੰਦਾ, ਜਿਹੜੀ ਆਪਾਂ ਲੀਸ਼ ਵੀ ਫੜਦੇ ਹਾਂ, ਜਿਹੜੀ ਰੱਸੀ ਬੰਨ੍ਹਦੇ ਹਾਂ ਕੁੱਤੇ ਨੂੰ ਜਾਂ ਕਿਸੇ ਜਾਨਵਰ ਨੂੰ, ਉਹੀ ਉਹਨਾਂ ਦੋਨਾਂ ਨੇ ਫੜੀ ਹੋਈ ਸੀ। ਹੁਣ ਕੀ ਹੁੰਦਾ, ਐਜ਼ ਦ ਕਿੰਗ ਗੋਜ਼ ਅਪ ਟੂ ਦ ਥਰੋਨ, ਜਦੋਂ ਜਿਹੜਾ ਰਾਜਾ ਹੈਗਾ ਉਹ ਰਾਜਗੱਦੀ ਵੱਲ ਜਾਂਦਾ ਹੈ, ਦ ਜੈਂਟਲਮੈਨ ਬਾਓ, ਜਿਹੜੇ ਜਿੰਨੇ ਵੀ ਉੱਥੇ ਦਰਬਾਰੀ ਸੀ, ਜੋ ਵੀ ਲੋਕ ਸੀ, ਉਹ ਸਾਰੇ ਦੇ ਸਾਰੇ ਸਜਦਾ ਕਰਦੇ ਨੇ, ਸਿਰ ਝੁਕਾਉਂਦੇ ਨੇ। ਐਂਡ ਦ ਲੇਡੀਜ਼ ਸ਼ੋ ਕਰਟਸੀ, ਅਤੇ ਜਿਹੜੀ ਔਰਤਾਂ ਹੈਗੀਆਂ ਉਹ ਕਰਟਸੀ ਦਿਖਾਉਂਦੀਆਂ, ਉਹ ਸਿਰ ਨਹੀਂ ਝੁਕਾਉਂਦੀਆਂ, ਉਹ ਐਵੇਂ ਰਿਸਪੈਕਟ ਕਰਦੀਆਂ ਨੇ ਥੋੜ੍ਹਾ ਜਿਹਾ ਥੱਲੇ ਹੋ ਕੇ। ਬਟ ਦੇਰ ਇਜ਼ ਅ ਬਜ਼ ਆਫ ਐਸਟੋਨਿਸ਼ਮੈਂਟ ਐਟ ਦ ਕਿੰਗਸ ਅਨਯੂਜੂਅਲ ਅਪੀਅਰੈਂਸ। ਇਹ ਸਭ ਇੱਜ਼ਤ ਤਾਂ ਦਈ ਜਾ ਰਹੀ ਹੈ, ਪਰ ਨਾਲ ਹੀ ਜਿਹੜਾ ਰਾਜਾ ਹੈਗਾ ਉਹਦੀ ਅਨੋਖੀ ਜਿਹੀ ਅਪੀਅਰੈਂਸ ਨੂੰ ਲੈ ਕੇ ਸਾਰੀ ਆਲੇ ਦੁਆਲੇ ਹੈਰਾਨੀ ਜਿਹੀ ਗੂੰਜ ਰਹੀ ਹੈ ਵੀ ਕਿਹੋ ਜਿਹਾ ਰਾਜਾ ਹੈ, ਕਿਹੋ ਜਿਹੇ ਕੱਪੜੇ ਪਾ ਕੇ ਆਇਆ ਜਾਂ ਹੈਟ ਲੈ ਕੇ ਆਇਆ। ਅਤੇ ਇੰਨੇ ਨੂੰ ਜਿਹੜੀ ਸੈਕਿੰਡ ਲੇਡੀ ਹੁੰਦੀ ਹੈ ਥੋੜ੍ਹੀ ਹੈਲਦੀ, ਇਨ ਅ ਵਿਸਪਰ ਯਾਨੀ ਹੌਲੀ ਦੇ ਨਹੀਂ ਉਹ ਬੋਲਦੀ ਹੈ, ਵਾਟ ਅ ਫਨੀ ਹੈਟ, ਮਤਲਬ ਕਿੰਨੀ ਅਜੀਬ ਜਿਹੀ ਟੋਪੀ ਹੈਗੀ ਹੈ ਇਹ। ਪ੍ਰਾਈਮ ਮਿਨਿਸਟਰ ਉਹ ਵੀ ਹੌਲੀ ਦੇ ਨਹੀਂ ਬੋਲਦਾ, ਵਾਈ ਹੀ ਲਿੰਪਸ, ਉਹ ਪ੍ਰਾਈਮ ਮਿਨਿਸਟਰ ਕਹਿੰਦਾ ਇਹ ਲੰਗੜਾ ਕੇ ਕਿਉਂ ਚੱਲ ਰਿਹਾ ਹੈ। ਕਿੰਗ ਰਾਜਾ ਕਹਿੰਦਾ ਹੈ, ਸੀਟਿੰਗ ਹਿਮਸੈਲਫ ਔਨ ਦ ਥਰੋਨ, ਰਾਜਗੱਦੀ 'ਤੇ ਬੈਠਦੇ ਹੋਏ ਉਹ ਕਹਿੰਦਾ ਵੈਲ ਹੇਅਰ ਵੀ ਆਰ ਐਟ ਲਾਸਟ। ਅਤੇ ਉਹ ਕਹਿੰਦਾ ਚਲੋ ਖੈਰ
ਅੰਤ ਵਿੱਚ ਆਪਾਂ ਪਹੁੰਚ ਹੀ ਗਏ ਜਿੱਥੇ ਅਸੀਂ ਪਹੁੰਚਣਾ ਸੀ। The heralds seat themselves on the steps of the throne with their legs crossed। ਹੁਣ ਜਿਹੜੇ ਹੈਰਲਡ ਸੀ ਜਿਹੜੇ ਉਹ ਮਿਊਜ਼ਿਕ ਜਿਹਾ ਵਜਾ ਕੇ ਅੰਦਰ ਲੈ ਕੇ ਆ ਰਹੇ ਸੀ ਤੇ ਇੱਥੇ ਮੰਨ ਲਓ ਰਾਜਾ ਬੈਠਾ ਸੀ ਆਪਣੇ ਥਰੋਨ ਤੇ, ਇੱਥੇ ਪ੍ਰਾਈਮ ਮਿਨਿਸਟਰ, ਇੱਥੇ ਚਾਂਸਲਰ ਸੀ, ਠੀਕ ਹੈ। ਤੇ ਇੱਥੇ ਨਾ ਸਟੇਅਰਸ ਹੁੰਦੀਆਂ, ਸਟੇਅਰਸ ਚੜ੍ਹ ਕੇ ਹੀ ਗੱਦੀ ਆਉਂਦੀ ਹੈ ਤੇ ਜਿਹੜੇ ਹੈਰਲਡ ਸੀ ਉਹ ਇੱਥੇ ਚੌਂਕੜੀ ਮਾਰ ਕੇ ਇੱਦਾਂ ਕਰਕੇ ਬੈਠ ਜਾਂਦੇ ਨੇ। ਫਿਰ ਦ ਪ੍ਰਾਈਮ ਮਿਨਿਸਟਰ ਦੀ ਵਾਰੀ ਆਉਂਦੀ ਹੈ। ਉਹ ਕੀ ਕਹਿੰਦਾ, ਲੁਕਿੰਗ ਐਟ ਦ ਨੇਬਰਸ। ਉਹ ਜਿਹੜੇ ਦੋ ਬੰਦੇ ਪਿੱਛੇ ਨਹੀਂ ਆ ਰਹੇ ਸੀ, ਪੇਜ ਜਿਹਨੇ ਕੁੱਤਾ ਫੜਿਆ ਹੋਇਆ ਸੀ ਉਹਦੀ ਲੀਸ਼ ਨੂੰ ਫੜਦੇ ਹੋਏ, ਉਹ ਪ੍ਰਾਈਮ ਮਿਨਿਸਟਰ ਉਹਨਾਂ ਨੇਬਰਸ ਨੂੰ ਕਹਿੰਦਾ ਦੇਖਦੇ ਹੋਏ, who have stayed near the door। ਅਜੇ ਉਹ ਦਰਵਾਜ਼ੇ ਤੇ ਹੀ ਸੀ, with the dog and the page। ਕੌਣ ਸੀ? ਪੇਜ, ਕੁੱਤਾ ਤੇ ਦੋ ਨੇਬਰਸ। your majesty, ਮਹਾਰਾਜਾ ਸਾਹਿਬ, if I may be so bold to ask, ਜੇ ਤੁਸੀਂ ਮੈਨੂੰ ਪੁੱਛਣ ਲਈ ਇੰਨੀ ਹਿੰਮਤ ਦੋ ਬਖਸ਼ੋ, who are these persons। ਵੀ ਮੇਰੀ ਹਿੰਮਤ ਤਾਂ ਨਹੀਂ ਹੈ ਪੁੱਛਣ ਦੀ, ਪਰ ਫਿਰ ਵੀ ਮੈਂ ਹੌਸਲਾ ਕਰਕੇ ਪੁੱਛ ਲਾਂ ਵੀ ਇਹ ਦੋ ਆਦਮੀ ਕੌਣ ਨੇ। ਕਿੰਗ, ਰਾਜਾ ਕਹਿੰਦਾ, ਓਹ ਆਈ ਕੌਟ them in the street fighting। ਉਹ ਕਹਿੰਦਾ ਮੈਂ ਗਲੀ ਵਿੱਚ ਇਹਨਾਂ ਨੂੰ ਫੜ ਲਿਆ ਸੀ, ਇਹ ਆਪਸ ਵਿੱਚ ਝਗੜ ਰਹੇ ਸੀ, ਲੜ ਰਹੇ ਸੀ। ਸੋ ਆਈ brought them in here to find out what it was all about। ਤੇ ਇਸ ਲਈ ਮੈਂ ਇਹਨਾਂ ਨੂੰ ਇੱਥੇ ਲੈ ਆਇਆ ਇਹ ਪਤਾ ਲਗਾਉਣ ਲਈ ਕਿ ਆਪਸ ਦੇ ਵਿੱਚ ਲੜਾਈ ਕਿਉਂ ਕਰ ਰਹੇ ਸੀ। ਦੇ ਵਰ ਹੋਲਡਿੰਗ ਅਪ ਦ ਟ੍ਰੈਫਿਕ। ਤੇ ਇਹ ਆਵਾਜਾਈ ਨੂੰ ਰੋਕ ਰਹੇ ਸੀ, ਟ੍ਰੈਫਿਕ ਜੈਮ ਕਰ ਰਹੇ ਸੀ। ਨੇਬਰਸ ਨੂੰ ਦੇਖਦੇ ਹੋਏ ਕਹਿੰਦਾ, ਯੂਡ ਬੈਟਰ ਸਿਟ ਡਾਊਨ ਐਂਡ ਵੇਟ। ਤੇ ਉਹ ਕਹਿੰਦਾ ਤੁਸੀਂ ਦੋਵੇਂ ਬੈਠ ਜਾਓ ਤੇ ਉਡੀਕ ਕਰੋ। ਤੇ ਹੁਣ ਕੀ ਹੁੰਦਾ, ਦ ਨੇਬਰਸ ਸਿਟ ਔਨ ਦ ਫਲੋਰ। ਉਹ ਜਿਹੜੇ ਦੋ ਆਦਮੀ ਸੀ ਉਹ ਫਰਸ਼ ਤੇ ਬੈਠ ਜਾਂਦੇ ਨੇ, ਵਿਦ ਦੇਅਰ ਲੈਗਸ ਕ੍ਰੋਸਡ, ਯਾਨੀ ਚੌਂਕੜੀ ਮਾਰ ਕੇ ਬੈਠ ਜਾਂਦੇ ਨੇ। ਐਂਡ ਦ ਪੇਜ ਸਿਟਸ ਬਿਟਵੀਨ ਦੈਮ। ਤੇ ਜਿਹੜਾ ਪੇਜ ਸੀ ਜਿਹਨੇ ਕੁੱਤਾ ਫੜਿਆ ਹੋਇਆ ਸੀ ਉਹ ਇਹਨਾਂ ਦੋਨਾਂ ਦੇ ਵਿੱਚ ਬੈਠ ਜਾਂਦਾ ਹੈ। ਹੋਲਡਿੰਗ ਦ ਡੌਗ, ਉਹਨੇ ਅਜੇ ਵੀ ਕੁੱਤਾ ਫੜਿਆ ਹੋਇਆ ਆਪਣੇ ਅੱਗੇ। ਨਾਓ ਐਂਡ ਅਗੇਨ ਦੇ ਬੋਥ ਟਰਾਈ ਟੂ ਪੈਟ ਦ ਡੌਗ। ਤੇ ਬਾਰ-ਬਾਰ ਉਹ ਦੋਵੇਂ ਜਿਹੜੇ ਨੇਬਰ ਸੀ ਉਹ ਜਿਵੇਂ ਆਪਾਂ ਪਿਆਰ ਨਹੀਂ ਦਿਖਾਉਂਦੇ ਕੁੱਤੇ ਵੱਲ, ਉਹ ਪਿਆਰ ਦਿਖਾਉਣ ਦੇ, ਪਾਲਣ ਪੋਸ਼ਣ ਕਰਨ ਦੀ ਐਕਟਿੰਗ ਕਰ ਰਹੇ ਸੀ ਜਿਵੇਂ ਵੀ ਮੇਰਾ ਹੀ ਕੁੱਤਾ ਹੋਏ। ਅੱਗੇ ਵਾਰੀ ਆਉਂਦੀ ਹੈ ਚਾਂਸਲਰ ਦੀ। ਚਾਂਸਲਰ, it is very unusual to bring common people into the palace, your majesty। ਤੇ ਚਾਂਸਲਰ ਕਹਿੰਦਾ ਹੈ ਬੜੀ ਅਜੀਬ ਜੀ ਗੱਲ ਹੈਗੀ ਹੈ ਵੀ ਤੁਸੀਂ ਆਮ ਲੋਕਾਂ ਨੂੰ ਮਹਿਲ ਦੇ ਵਿੱਚ ਲੈ ਕੇ ਆਇਓ, ਅਕਸਰ ਨਹੀਂ ਹੁੰਦਾ ਮਹਾਰਾਜਾ ਸਾਹਿਬ। ਕਿੰਗ, what did you expect me to do। ਤੇ ਰਾਜਾ ਕਹਿੰਦਾ ਤੁਸੀਂ ਮੇਰੇ ਤੋਂ ਹੋਰ ਕੀ ਕਰਨ ਦੀ ਉਮੀਦ ਕਰਦੇ ਹੋ। let them go on fighting, ਵੀ ਇਹ ਲੜਦੇ ਰਹਿਣ ਆਪਸ ਦੇ ਵਿੱਚ। ਤੇ ਪ੍ਰਾਈਮ ਮਿਨਿਸਟਰ ਕਹਿੰਦਾ no your majesty, ਬਟ ਉਹ ਕਹਿਣ ਦੀ ਕੋਸ਼ਿਸ਼ ਕਰਦਾ ਨਹੀਂ ਨਹੀਂ ਮਹਾਰਾਜਾ ਸਾਹਿਬ, ਪਰ ਤੇ ਫਿਰ ਕਿੰਗ ਕਹਿੰਦਾ ਬਟ ਮੀ ਨੋ ਮੋਰ ਬਟਸ। ਤੇ ਉਹ ਕਹਿੰਦਾ ਪਰ ਕੀ ਪਰ ਮੈਨੂੰ ਕੋਈ ਹੋਰ ਪਰ ਨਹੀਂ ਚਾਹੀਦਾ। ਆਈ ਐਮ ਗੋਇੰਗ ਟੂ ਆਰਬਿਟਰੇਟ ਬਿਟਵੀਨ them। ਤੇ ਮੈਂ ਇਹਨਾਂ ਵਿਚਕਾਰ ਆਰਬਿਟਰੇਟ ਕਰਾਂਗਾ। ਹੁਣ ਆਰਬਿਟਰੇਟ ਕਰਨ ਦਾ ਮਤਲਬ ਹੁੰਦਾ ਹੈ ਕਿਸੇ ਦੇ ਵਿੱਚ ਸਮਝੌਤਾ ਕਰਨਾ, ਡਿਸੀਜਨ ਲੈਣਾ ਵੀ ਕਿਹੜਾ ਬੰਦਾ ਗਲਤ ਹੈਗਾ, ਜਿਵੇਂ ਆਪਾਂ ਕਹਿੰਦੇ ਜੱਜ ਬਣ ਜਾਣਾ। ਸੈਕਿੰਡ ਲੇਡੀ, what does arbitrate mean। ਤੇ ਉਹ ਕਹਿੰਦੀ ਵੀ ਇਹ ਆਰਬਿਟਰੇਟ ਦਾ ਮਤਲਬ ਕੀ ਹੁੰਦਾ। ਤੇ ਅਸੀਂ ਤਾਂ ਪੜ੍ਹ ਲਿਆ ਵੀ ਆਰਬਿਟਰੇਟ ਦਾ ਮਤਲਬ ਕੀ ਹੁੰਦਾ ਹੈ। ਆਰਬਿਟਰੇਟ ਦਾ ਮਤਲਬ ਹੁੰਦਾ ਹੈ ਵੀ ਕੋਈ ਵੀ ਝਗੜੇ ਨੂੰ ਸੈਟਲ ਕਰਨਾ, ਉਹਦਾ ਸਲਿਊਸ਼ਨ ਲੈ ਕੇ ਆਉਣਾ। she says this in a loud whisper। ਹੁਣ ਇਹ ਜਿਹੜੀ ਸੈਕਿੰਡ ਲੇਡੀ ਹੈ ਉਹ ਥੋੜੀ ਜ਼ੋਰ ਦੀ ਬੋਲਦੀ ਹੈ ਕਿਉਂਕਿ ਉਹਨੂੰ ਜ਼ਿਆਦਾ ਮਤਲਬ ਨਹੀਂ ਪਤਾ ਹੁੰਦੇ। ਤੇ ਫਰਸਟ ਲੇਡੀ, who has more sense in her ordinary voice, ਜਿਹਦੀ ਆਵਾਜ਼ ਦੇ ਵਿੱਚ ਥੋੜੀ ਜ਼ਿਆਦਾ ਸੈਂਸ ਆਉਂਦੀ ਹੈ ਵੀ ਹਾਂ ਉਹ ਸਮਝਦਾਰ ਗੱਲ ਕਰਦੀ ਹੈ। ਉਹ ਕਹਿੰਦੀ ਆਰਬਿਟਰੇਟ ਦਾ ਮਤਲਬ ਹੁੰਦਾ ਹੈ ਡਿਸਾਈਡ which is in the right and which is not, ਵੀ ਕਿਹੜੀ ਗੱਲ ਸਹੀ ਹੈਗੀ ਹੈ ਕਿਹੜੀ ਨਹੀਂ। ਸੈਕਿੰਡ ਲੇਡੀ, ਓਹ ਆਈ ਸੀ। ਉਹ ਕਹਿੰਦੀ ਅੱਛਾ ਸਮਝ ਗਈ। ਵਾਟ ਅ ਫਨੀ ਹੈਟ। ਫਿਰ ਉਹ ਹੈਟ ਵੱਲ ਦੇਖਦੀ ਹੈ ਤੇ ਕਹਿੰਦੀ ਕਿੰਨੀ ਅਜੀਬ ਜੀ ਹੈਟ ਪਾਈ ਹੋਈ ਹੈ। everyone stares at the king's bowler hat। ਤੇ ਫਿਰ ਸਾਰਿਆਂ ਦੀ ਨਜ਼ਰ ਰਾਜਾ ਦੇ ਜਿਹੜੀ ਬੋਲਰ ਟੋਪੀ ਉਹਨੇ ਪਾਈ ਹੋਈ ਸੀ ਉਹਦੇ ਵੱਲ ਜਾਂਦੀ ਹੈ। ਕਿੰਗ, ਰਾਜਾ ਕਹਿੰਦਾ ਟੇਕਿੰਗ ਆਫ ਹਿਸ ਹੈਟ, ਆਪਣੀ ਹੈਟ ਨੂੰ, ਟੋਪੀ ਨੂੰ ਉਤਾਰਦੇ ਹੋਏ, ਐਂਡ ਲੁਕਿੰਗ ਐਟ ਇਟ, ਉਹਨੂੰ ਉਤਾਰਦੇ ਹੋਏ, ਉਹਦੇ ਵੱਲ ਦੇਖਦੇ ਹੋਏ। then putting it back on his head again, ਉਤਾਰੀ, ਦੇਖੀ, ਵਾਪਸ ਸਿਰ ਤੇ ਪਾ ਲਈ।
माई हैट, मेरी टोपी। What's wrong with my hat? मेरी टोपी विच की गलत है, की गड़बड़ हैगी है? It's a very good hat. ਇਹ ਬਹੁਤ ਵਧੀਆ ਟੋਪੀ ਆ। ਚਾਂਸਲਰ ਕਹਿੰਦਾ no doubt your majesty, ਬਿਲਕੁਲ ਮਹਾਰਾਜਾ ਸਾਹਿਬ, ਇਹਦੇ ਵਿੱਚ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ। But our previous king wore a crown. ਪਰ ਸਾਡੇ ਪਿਛਲੇ ਰਾਜਾ ਸਾਹਿਬ ਇੱਕ ਤਾਜ ਪਾਉਂਦੇ ਸੀ। King, what? In this blazing sun? ਤੇ ਰਾਜਾ ਕਹਿੰਦਾ ਕਿ ਇੰਨੇ ਚਮਕਦਾ ਸੂਰਜ ਹੈਗਾ, ਇੰਨੀ ਧੁੱਪ ਪੈ ਰਹੀ ਹੈ, ਬਲੇਜ਼ਿੰਗ ਹੌਟ ਹੈਗਾ, ਵੀ ਗਰਮੀ ਹੈਗੀ ਹੈ, ਤੇ ਉਹ ਕਰਾਊਨ ਪਾਉਂਦੇ ਸੀ, ਤਾਜ ਪਾਉਂਦੇ ਸੀ। ਇਟਸ ਅ ਵੰਡਰ ਹੀ ਡਿਡਨਟ ਡਾਈ ਆਫ ਸਨਸਟ੍ਰੋਕ, ਮਤਲਬ ਮੈਨੂੰ ਹੈਰਾਨੀ ਹੈ ਵੀ ਉਹ ਧੁੱਪ ਲੱਗਣ ਕਰਕੇ ਨਹੀਂ ਮਰੇ। ਪ੍ਰਾਈਮ ਮਿਨਿਸਟਰ, ਓ ਨੋ ਯੋਰ ਮੈਜੈਸਟੀ, ਹੀ ਡਾਈਡ ਆਫ ਓਲਡ ਏਜ। ਤੇ ਉਹ ਕਹਿੰਦਾ, ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ, ਨਹੀਂ ਨਹੀਂ ਮਹਾਰਾਜਾ ਸਾਹਿਬ, ਉਹ ਬੁਢਾਪੇ ਕਰਕੇ ਮਰੇ ਨੇ। ਰਾਜਾ, ਕਿੰਗ, ਵੈਲ ਦੈਟਸ ਦ ਡਿਜ਼ੀਜ਼ ਨੋ ਵਨ ਕੈਨ ਅਵੋਇਡ। ਤੇ ਰਾਜਾ ਕਹਿੰਦਾ ਠੀਕ ਹੈ, ਉਹ ਤਾਂ ਅਜਿਹੀ ਬਿਮਾਰੀ ਹੈ ਜਿਸ ਤੋਂ ਕੋਈ ਵੀ ਨਹੀਂ ਬਚ ਸਕਦਾ। ਚਾਂਸਲਰ, ਟੂ ਦ ਹੈਰਲਡ ਨੀਅਰੈਸਟ ਹਿਮ। ਚਾਂਸਲਰ ਜਿਹੜਾ ਉਹਦੇ ਸਭ ਤੋਂ ਨੇੜੇ ਹੈਰਲਡ ਬੈਠਾ ਸੀ, ਕਿਉਂਕਿ ਚਾਂਸਲਰ ਵੀ ਰਾਜੇ ਦੀ ਗੱਦੀ ਕੋਲ ਹੀ ਖੜੇ ਸੀ ਤੇ ਹੈਰਲਡ ਥੱਲੇ ਬੈਠੇ ਸੀ। ਹੈਂਡਿੰਗ ਹਿਮ ਹਿਜ਼ ਕੋਰੋਨੇਟ। ਹੁਣ ਕੋਰੋਨੇਟ ਕੀ ਹੁੰਦਾ? ਉਹਨੇ ਵੀ ਇੱਕ ਤਾਜ ਪਾਇਆ ਹੋਇਆ ਸੀ। ਜਿਹੜਾ ਚਾਂਸਲਰ ਸੀ, ਜਿਵੇਂ ਰਾਜਾ ਕੁਝ ਪਾਉਂਦਾ ਹੈ ਤੇ ਜਿਹੜੇ ਦਰਬਾਰੀ ਹੁੰਦੇ ਹੈ ਜਾਂ ਬਾਕੀ ਸਭ ਲੋਕ ਹੁੰਦੇ ਹੈ ਉਹ ਵੀ ਕੁਝ ਪਾਉਂਦੇ ਹੈ, ਤਾਂ ਉਹਨੇ ਵੀ ਕੋਰੋਨੇਟ ਪਾਇਆ ਹੋਇਆ ਸੀ ਤੇ ਚਾਂਸਲਰ ਨੇ ਆਪਣਾ ਕੋਰੋਨੇਟ ਜਿਹੜਾ ਹੈਗਾ ਉਹ ਹੈਰਲਡ ਨੂੰ ਦੇ ਦਿੱਤਾ। ਟੇਕ ਦਿਸ ਅਵੇ ਐਂਡ ਬ੍ਰਿੰਗ ਮੀ ਅ ਹੈਟ। ਉਹ ਕਹਿੰਦਾ ਇਹਨੂੰ ਪਰੇ ਲੈ ਜਾ ਤੇ ਮੈਨੂੰ ਵੀ ਇੱਕ ਹੈਟ ਲਿਆ ਕੇ ਦੇ। ਕਿੰਗ, ਵੈਲ ਆਈ ਸਪੋਜ਼ ਵੀ ਹੈਡ ਬੈਟਰ ਗੈਟ ਔਨ ਵਿਦ ਬਿਜ਼ਨਸ। ਤੇ ਰਾਜਾ ਕਹਿੰਦਾ ਵੀ ਮੈਨੂੰ ਲੱਗਦਾ ਹੁਣ ਸਾਨੂੰ ਕੰਮ ਦੀ ਗੱਲ ਕਰਨੀ ਚਾਹੀਦੀ ਹੈ। ਵਾਟ ਡੂ ਵੀ ਡੂ ਫਸਟ? ਤੇ ਚਲੋ ਕੰਮ ਦੀ ਗੱਲ ਕਰਦੇ ਹਾਂ। ਤੇ ਮੈਨੂੰ ਦੱਸੋ ਵੀ ਦਰਬਾਰ ਦੇ ਵਿੱਚ ਮੈਂ ਪਹਿਲੀ ਵਾਰ ਆਇਆ, ਵੀ ਆਪਾਂ ਸਭ ਤੋਂ ਪਹਿਲਾਂ ਕੀ ਰੀਤੀ ਰਿਵਾਜ ਹੈ, ਕੀ ਕਰੀਦਾ? The two heralds return and hand hats to the chancellor and the prime minister, who put them on. ਤੇ ਇੰਨੇ ਨੂੰ ਜਦ ਇਹ ਡਿਸਕਸ਼ਨ ਹੋ ਰਹੀ ਸੀ, ਉਹ ਜਿਹੜੇ ਦੋ ਹੈਰਲਡ ਸੀ ਉਹ ਵਾਪਸ ਆਉਂਦੇ ਨੇ ਤੇ ਦੋ ਬੋਲਰ ਹੈਟ ਲੈ ਕੇ ਆਉਂਦੇ ਨੇ। ਇੱਕ ਉਹ ਪ੍ਰਾਈਮ ਮਿਨਿਸਟਰ ਨੂੰ ਦੇ ਦਿੰਦੇ ਨੇ ਤੇ ਦੂਜੀ ਚਾਂਸਲਰ ਨੂੰ ਦੇ ਦਿੰਦੇ ਨੇ ਤੇ ਦੋਨੋਂ ਉਹ ਹੈਟ ਪਾ ਲੈਂਦੇ ਨੇ। ਦ ਹੈਰਲਡ ਸੀ ਦੈਮਸੈਲਵਸ ਐਜ਼ ਬਿਫੋਰ। ਤੇ ਹੈਰਲਡਸ ਉੱਥੇ ਹੀ ਬੈਠ ਜਾਂਦੇ ਨੇ ਥੱਲੇ ਪੌੜੀ ਤੇ ਚੌਂਕੜੀ ਮਾਰ ਕੇ। ਪ੍ਰਾਈਮ ਮਿਨਿਸਟਰ, ਐਜ਼ ਹੀ ਪੁਟਸ ਔਨ ਹਿਜ਼ ਹੈਟ। ਜਿਹੜਾ ਪ੍ਰਾਈਮ ਮਿਨਿਸਟਰ ਹੈ ਆਪਣੀ ਟੋਪੀ ਪਾਉਂਦੇ ਹੋਏ, ਵੀ ਕਿਸ ਯੋਰ ਹੈਂਡ ਯੋਰ ਮੈਜੈਸਟੀ। ਉਹ ਕਹਿੰਦਾ ਵੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਹੱਥ ਨੂੰ ਚੂਮਦੇ ਹੈਗੇ ਆ, ਕਿਸ ਕਰਦੇ ਆ। ਕਿੰਗ, ਇਟਸ ਅ ਕੁਅਰ ਆਈਡੀਆ। ਉਹ ਕਹਿੰਦਾ ਇਹ ਤਾਂ ਬੜਾ ਅਜੀਬ ਜਿਹਾ ਵਿਚਾਰ ਹੈਗਾ, ਬਟ ਆਈ ਸਪੋਜ਼ ਇਟ ਇਜ਼ ਯੂਜੂਅਲ। ਪਰ ਮੈਨੂੰ ਲੱਗਦਾ ਹੈ ਵੀ ਆਮ ਤੌਰ 'ਤੇ ਇੱਦਾਂ ਹੀ ਹਿਸਾਬ ਕਿਤਾਬ ਚੱਲਦਾ। ਚਾਂਸਲਰ, ਪੁਟਿੰਗ ਔਨ ਹਿਜ਼ ਹੈਟ। ਚਾਂਸਲਰ ਵੀ ਆਪਣੀ ਟੋਪੀ ਪਾਉਂਦਾ। ਕੁਆਇਟ ਯੋਰ ਮੈਜੈਸਟੀ। ਉਹ ਕਹਿੰਦਾ ਹਾਂ ਇੱਦਾਂ ਹੀ ਚੱਲਦਾ ਹੈ ਮਹਾਰਾਜਾ ਸਾਹਿਬ। ਪ੍ਰਾਈਮ ਮਿਨਿਸਟਰ ਕਹਿੰਦਾ ਹਾਂ ਕਾਫੀ ਅਜੀਬ ਹੈਗਾ। ਤੇ ਸੈਕਿੰਡ ਲੇਡੀ ਵੀ ਜਿਵੇਂ ਰਾਜੇ ਨੇ ਕਿਹਾ ਸੀ ਵੀ ਕਾਫੀ ਅਜੀਬ ਆਈਡੀਆ ਹੈ, ਸਾਰੇ ਉਹੀ ਕਹਿੰਦੇ ਹਾਂ ਕਾਫੀ ਅਜੀਬ ਹੈ, ਕਾਫੀ ਅਜੀਬ ਹੈ, ਕਾਫੀ ਅਜੀਬ ਹੈ। ਕੌਣ ਕੌਣ ਕਹਿੰਦਾ ਹੈ? ਚਾਂਸਲਰ, ਪ੍ਰਾਈਮ ਮਿਨਿਸਟਰ ਤੇ ਸੈਕਿੰਡ ਲੇਡੀ। ਫਿਰ ਕਿੰਗ ਕਹਿੰਦਾ ਕਮ ਅਲੋਂਗ ਦੈਨ ਐਂਡ ਲੈਟਸ ਗੈਟ ਇਟ ਓਵਰ। ਤੇ ਰਾਜਾ ਕਹਿੰਦਾ ਠੀਕ ਹੈ ਫਿਰ ਆਓ, ਜੋ ਵੀ ਕਰਨਾ ਤੇ ਇਸ ਨੂੰ ਖਤਮ ਕਰਦੇ ਹਾਂ। ਦ ਪ੍ਰਾਈਮ ਮਿਨਿਸਟਰ ਗੋਜ਼ ਅਪ ਟੂ ਦ ਥਰੋਨ ਐਂਡ ਵਾਕਿੰਗ ਵਿਦ ਅ ਲਿੰਪ ਲਾਈਕ ਦ ਕਿੰਗ। ਹੁਣ ਰਾਜਾ ਜਿਹੜਾ ਸੀ ਉਹ ਲੰਗੜਾ ਕੇ ਪਹੁੰਚਿਆ ਸੀ ਤੇ ਹੁਣ ਪ੍ਰਾਈਮ ਮਿਨਿਸਟਰ ਦੀ ਵਾਰੀ ਸੀ। ਹੁਣ ਜੋ ਰਾਜਾ ਕਰੇਗਾ ਸਾਰਿਆਂ ਨੇ ਉਹੀ ਕਰਨਾ। ਰਸਮ ਇਹੀ ਹੁੰਦੀ ਹੈ ਵੀ ਨਕਲ ਕਰਨੀ ਹੈ, ਰੀਸ ਕਰਨੀ ਹੈ, ਰਾਜਾ ਤੋਂ ਵਧੀਆ ਨਹੀਂ ਐਕਟ ਕਰਨਾ। ਤੇ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਥਰੋਨ ਤੱਕ ਜਾਂਦਾ ਹੈ, ਉਹ ਮੰਤਰੀ ਦੀ ਗੱਦੀ ਕੋਲ ਜਾਂਦਾ ਜਾਂ ਰਾਜੇ ਦੀ ਗੱਦੀ ਤੱਕ ਜਾਂਦਾ ਤੇ ਉਹ ਲਿੰਪ ਕਰਕੇ ਜਾਂਦਾ, ਜਿਵੇਂ ਰਾਜਾ ਗਿਆ ਸੀ ਨਾ ਲੰਗੜਾ ਕੇ, ਉਹ ਉਵੇਂ ਜਾਂਦਾ। ਗੋਜ਼ ਡਾਊਨ ਔਨ ਵਨ ਨੀ, ਆਪਣੀ ਇੱਕ ਨੀ ਜਿਹੜੀ ਹੈਗੀ ਹੈ ਗੋਡਾ ਥੱਲੇ ਕਰਦਾ ਐਂਡ ਕਿਸਿਸ ਦ ਕਿੰਗਸ ਹੈਂਡ, ਤੇ ਉਹਦੇ ਹੱਥ ਤੇ ਕਿਸ ਕਰ ਦਿੰਦਾ। ਵਾਟਸ ਦ ਮੈਟਰ ਵਿਦ ਯੂ, ਆਰ ਯੂ ਲੇਮ। ਤੇ ਜਿਹੜਾ ਰਾਜਾ ਹੁੰਦਾ ਉਹ ਪੁੱਛਦਾ ਵੀ ਤੁਹਾਡੀ ਕੀ ਤਕਲੀਫ ਹੈਗੀ ਹੈ, ਤੁਸੀਂ ਚੱਲ ਨਹੀਂ ਸਕਦੇ, ਕੋਈ ਪ੍ਰੋਬਲਮ ਹੈਗੀ ਹੈ ਤੁਹਾਡੀ ਲੱਤ ਦੇ ਵਿੱਚ? ਕਿਉਂਕਿ ਉਹ ਲੰਗੜਾ ਕੇ ਚੱਲ ਰਿਹਾ ਸੀ ਨਾ, ਤਾਂ ਉਹਨੇ ਇਹੀ ਪੁੱਛ ਲਿਆ ਵੀ ਕੀ ਗੱਲ ਤੁਸੀਂ ਲੇਮ ਹੈਗੇ ਹੋ, ਮਤਲਬ ਕੋਈ ਸੱਟ ਲੱਗੀ ਹੈ ਪੈਰ ਤੇ ਲੰਗੜਾ ਕੇ ਚੱਲ ਰਹੇ ਹੋ। ਤੇ ਹੁਣ ਮੈਂ ਉਮੀਦ ਕਰਦੀ ਹਾਂ ਲੇਮ ਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ, ਇੱਕ ਨਵਾਂ ਵਰਡ ਹੈਗਾ ਜਿਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਚੰਗੀ ਤਰ੍ਹਾਂ ਚੱਲ ਨਹੀਂ ਸਕਦੇ। ਕੀ ਗੱਲ ਸੱਟ ਲੱਗੀ ਹੈ?
ਤੇ ਪ੍ਰਾਈਮ ਮਿਨਿਸਟਰ ਕਹਿੰਦਾ ਹੈ ਆਈ ਹੈਵ ਕ੍ਰੈਂਪ ਇਨ ਮਾਈ ਲੈਗ, ਵੀ ਮੇਰੀ ਜਿਹੜੀ ਆਪਣਾ ਮਸਲ ਜਿਹੜਾ ਹੈਗਾ ਉਹ ਲੱਤ ਦਾ ਇੱਕਦਮ ਨਾਲ ਤੰਗ ਕਰ ਰਿਹਾ, ਜਿਹਦੇ ਕਰਕੇ ਦਰਦ ਹੋ ਰਿਹਾ ਯੋਰ ਮੈਜੈਸਟੀ, ਮਹਾਰਾਜਾ ਸਾਹਿਬ। ਵੀ ਕ੍ਰੈਂਪ ਜਿਵੇਂ ਪੈ ਜਾਂਦੇ, ਜਿਵੇਂ ਐਕਸਰਸਾਈਜ਼ ਕਰਦੇ ਆ ਤਾਂ ਵੀ ਕ੍ਰੈਂਪ ਪੈ ਜਾਂਦੇ। ਉਹ ਕਹਿੰਦਾ ਸੱਟ ਨਹੀਂ, ਮੇਰੇ ਕ੍ਰੈਂਪ ਹੈਗਾ, ਮਸਲਸ ਦੇ ਵਿੱਚ ਦਰਦ ਹੈਗਾ। ਦ ਚਾਂਸਲਰ ਫੋਲੋਜ਼ ਐਗਜ਼ੈਕਟਲੀ ਇਮੀਟੇਟਿੰਗ ਦ ਪ੍ਰਾਈਮ ਮਿਨਿਸਟਰ। ਸਭ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਦੀ ਵਾਰੀ ਆਉਂਦੀ ਹੈ, ਫਿਰ ਆਉਂਦੀ ਹੈ ਚਾਂਸਲਰ ਦੀ ਵਾਰੀ, ਠੀਕ ਹੈ। ਤੇ ਉਹ ਵੀ ਉਵੇਂ ਹੀ ਜਾਂਦਾ ਜਿਵੇਂ ਪ੍ਰਾਈਮ ਮਿਨਿਸਟਰ ਗਿਆ ਸੀ ਕਿੰਗ ਦੇ ਕੋਲ, ਲੰਗੜਾ ਕੇ ਜਾਂਦਾ। ਕਿੰਗ ਹੈਵ ਯੂ ਗॉट ਕ੍ਰੈਂਪ ਟੂ, ਤੇ ਰਾਜਾ ਉਹਨੂੰ ਪੁੱਛਦਾ ਵੀ ਤੇਰੇ ਵੀ ਮਸਲਸ ਦੇ ਵਿੱਚ ਪ੍ਰੋਬਲਮ ਹੈਗੀ ਹੈ, ਵੀ ਕ੍ਰੈਂਪ ਹੈਗਾ। ਤੇ ਚਾਂਸਲਰ ਲਿੰਪਿੰਗ ਬੈਕਵਰਡਸ ਫਰੋਮ ਦ ਥਰੋਨ, ਜਦੋਂ ਵਾਪਸ ਜਾ ਰਿਹਾ ਸੀ ਥਰੋਨ ਤੋਂ, ਉਹ ਕਹਿੰਦਾ ਨਹੀਂ ਆਈ ਹੈਵ ਰਿਊਮੈਟਿਜ਼ਮ ਆਈ ਥਿੰਕ ਯੋਰ ਮੈਜੈਸਟੀ। ਉਹ ਕਹਿੰਦਾ ਨਹੀਂ ਮੇਰੇ ਕੋਈ ਵੀ ਕ੍ਰੈਂਪ ਕਰੂੰਪ ਨਹੀਂ ਪਿਆ ਹੋਇਆ, ਮੇਰੇ ਨਵੀਂ ਬਿਮਾਰੀ, ਉਹ ਕਹਿੰਦਾ ਵੀ ਮੇਰੇ ਰਿਊਮੈਟਿਜ਼ਮ ਹੈਗਾ। ਹੁਣ ਇਹ ਰਿਊਮੈਟਿਜ਼ਮ ਕੀ ਹੁੰਦਾ? ਜਿਵੇਂ ਆਪਾਂ ਕਹਿੰਦੇ ਆ ਗੱਠਿਆਂ ਦਾ ਰੋਗ ਹੋ ਜਾਂਦਾ ਨਾ, ਜਿੱਥੇ ਜਿਹੜੀ ਬੋਨਸ ਹੈਗੀਆਂ, ਹੱਡੀਆਂ ਹੁੰਦੀਆਂ ਨੇ, ਉਹ ਜਦ ਜੁਆਇਨ ਕਰਦੀਆਂ ਨੇ ਉੱਥੇ ਪ੍ਰੋਬਲਮ ਆ ਜਾਂਦੀ ਹੈ, ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈ, ਮਸਲਸ ਦੇ ਵਿੱਚ ਹੁੰਦਾ ਹੈ, ਤੇ ਨਾਲ ਦੀ ਨਾਲ ਜਿੱਥੇ ਆਪਸ ਦੇ ਵਿੱਚ ਹੱਡੀਆਂ ਜੁੜ ਰਹੀਆਂ ਹੁੰਦੀਆਂ ਉੱਥੇ ਵੀ ਪੇਨ ਹੁੰਦਾ। ਤੇ ਉਹ ਕਹਿੰਦਾ ਮੈਨੂੰ ਇਹ ਪ੍ਰੋਬਲਮ ਹੈਗੀ ਹੈ। ਹੁਣ ਚਾਂਸਲਰ ਤੋਂ ਬਾਅਦ ਜਿਹੜੀ ਵਾਰੀ ਸੀ ਉਹ ਸੀਗੀ ਸੈਕਿੰਡ ਲੇਡੀ ਦੀ। ਉਹ ਜਾਂਦੀ ਹੈ, ਉਹ ਵੀ ਲਿੰਪਿੰਗ ਕਰਦੇ ਹੋਏ ਜਾਂਦੀ ਹੈ, ਯਾਨੀ ਲੰਗੜਾ ਕੇ ਜਾਂਦੀ ਹੈ। ਤੇ ਹੁਣ ਰਾਜਾ ਪੁੱਛਦਾ ਚਲੋ ਜਿਹੜਾ ਆਪਣਾ ਪ੍ਰੋਬਲਮ ਸੀ ਪ੍ਰਾਈਮ ਮਿਨਿਸਟਰ ਨੂੰ, ਉਹ ਚਾਂਸਲਰ ਨੂੰ ਸੀ ਨਹੀਂ ਸੀ। ਤੇ ਹੁਣ ਉਹ ਪੁੱਛਦਾ ਵੀ ਕਿੰਗ ਵਾਟ ਅਨਦਰ ਵਨ ਵਿਦ ਰੂਮੈਟਿਜ਼ਮ, ਕਹਿੰਦਾ ਲੇਡੀ ਤੁਹਾਨੂੰ ਵੀ ਇਹੀ ਪ੍ਰੋਬਲਮ ਹੈਗੀ ਹੈ ਜਿਹੜੀ ਚਾਂਸਲਰ ਨੂੰ ਹੈ? ਤੇ ਸੈਕਿੰਡ ਲੇਡੀ ਕਹਿੰਦੀ ਹੈ ਨੋ ਅ ਸਪ੍ਰੇਨਡ ਐਂਕਲ ਯੋਰ ਮੈਜੈਸਟੀ। ਤੇ ਉਹ ਕਹਿੰਦੀ ਹੈ ਨਹੀਂ ਮੈਨੂੰ ਉਹ ਨਹੀਂ ਹੈ, ਮੇਰੇ ਐਕਚੁਅਲੀ ਜਿਹੜਾ ਐਂਕਲ ਹੈਗਾ, ਮੇਰੀ ਜਿਹੜੀ ਪੈਰ ਦੀ ਹੱਡੀ ਹੈਗੀ ਹੈ ਉਹਦੇ ਵਿੱਚ ਉਹ ਮੁੜ ਗਿਆ, ਜਿਹਦੇ ਕਰਕੇ ਮੇਰੇ ਲੱਤ ਦੇ ਵਿੱਚ ਦਰਦ ਹੋ ਰਹੀ ਹੈ। ਹੁਣ ਤੁਸੀਂ ਸੋਚੋਗੇ ਵੀ ਐਂਕਲ ਕੀ ਹੁੰਦਾ? ਮੰਨ ਲਓ ਇਹ ਸਾਡਾ ਪੈਰ ਹੈਗਾ ਤੇ ਇਹ ਜਿਹੜੀ ਚੀਜ਼ ਹੈਗੀ ਹੈ ਜਦ ਇੱਥੇ ਦਰਦ ਲੱਗ ਜਾਂਦੀ ਹੈ, ਸੱਟ ਲੱਗ ਜਾਂਦੀ ਹੈ, ਕਈ ਵਾਰ ਪੱਟੀ ਬੰਨ੍ਹ ਲੈਂਦੇ ਹਾਂ ਆਪਾਂ। ਉਹ ਕਹਿੰਦੀ ਵੀ ਇੱਥੇ ਨਾ ਥੋੜ੍ਹਾ ਮੁੜ ਗਿਆ ਐਂਕਲ ਤੇ ਮਸਲਸ ਨੂੰ ਦਰਦ ਹੋ ਰਿਹਾ, ਮਤਲਬ ਹਰ ਕਿਸੇ ਨੇ ਇੱਕ ਨਵਾਂ ਬਹਾਨਾ ਕੱਢਿਆ। ਕਿੰਗ ਕਹਿੰਦਾ ਡੀਅਰ ਮੀ ਹਾਊ ਅਨਫੋਰਚੂਨੇਟ। ਤੇ ਰਾਜਾ ਕਹਿੰਦਾ ਓਹੋ ਕਿੰਨੀ ਮਾੜੀ ਗੱਲ ਹੈਗੀ ਹੈ, ਕ੍ਰੈਂਪ ਹੈਗੇ ਇੱਥੇ ਲੋਕਾਂ ਨੂੰ, ਰੂਮੈਟਿਜ਼ਮ ਹੈਗਾ ਐਂਡ ਸਪ੍ਰੇਨਡ ਐਂਕਲ, ਤੇ ਜਿਹੜਾ ਉਹਨਾਂ ਦਾ ਪੈਰ ਹੈਗਾ ਉਹ ਵੀ ਮੁੜਿਆ ਹੋਇਆ, ਜਾਂ ਆਪਾਂ ਸਪ੍ਰੇਨਡ ਐਂਕਲ ਨੂੰ ਸਿੰਪਲ ਕਹਿ ਸਕਦੇ ਹਾਂ ਮੋਚ ਆਈ ਹੋਈ ਹੈ। ਆਰ ਯੂ ਸ਼ੋਰ ਆਈ ਹੈਵ ਕਮ ਟੂ ਦ ਰਾਈਟ ਪਲੇਸ, ਕਿ ਤੁਸੀਂ ਯਕੀਨ ਨਾਲ ਕਹਿ ਸਕਦੇ ਹੋ ਵੀ ਮੈਂ ਸਹੀ ਥਾਂ ਆਇਆ? This is the palace, isn't it? ਵੀ ਇਹ ਮਹਿਲ ਹੀ ਹੈਗਾ ਨਾ, and not a convalescent home। ਹੁਣ convalescent ਕੀ ਹੁੰਦਾ ਹੈ? convalescent ਆਪਾਂ ਕਹਿ ਸਕਦੇ ਹਾਂ ਇੱਕ ਕਿਸਮ ਦਾ ਹਸਪਤਾਲ ਹੁੰਦਾ ਹੈ, ਜਿੱਥੇ ਜਿਹੜੇ ਮਰੀਜ਼ ਹੈਗੇ ਨੇ ਉਹ ਆਪਣੇ ਆਪ ਨੂੰ ਰਿਕਵਰ ਕਰ ਰਹੇ ਹੁੰਦੇ ਆ, ਜਦੋਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਨਾ, ਉਸ ਤੋਂ ਬਾਅਦ ਰਿਕਵਰੀ ਪੀਰੀਅਡ ਜਿਹੜਾ ਹੁੰਦਾ ਆਪਾਂ ਕਹਿ ਸਕਦੇ ਹਾਂ ਇੱਕ ਕਿਸਮ ਦਾ ਹਸਪਤਾਲ। ਦ ਫਸਟ ਲੇਡੀ ਐਂਡ ਦ ਕੋਟੀਅਰ ਫੋਲੋ। ਇਹ ਤੋਂ ਬਾਅਦ ਜਦ ਸੈਕਿੰਡ ਲੇਡੀ ਵੀ ਚਲੀ ਗਈ, ਕੌਣ ਰਹਿ ਗਿਆ? ਹੁਣ ਇਹ ਇੰਪੋਰਟੈਂਟ ਹੈਗਾ, ਇੱਕ ਫਸਟ ਲੇਡੀ ਰਹਿ ਗਈ ਸੀ ਤੇ ਇੱਕ ਦਰਬਾਰੀ ਕੋਟੀਅਰ ਰਹਿ ਗਿਆ ਸੀ। ਬਟ ਦੇ ਡੂ ਨਾਟ ਲਿੰਪ, ਪਰ ਜਦੋਂ ਰਾਜੇ ਕੋਲ ਜਾਂਦੇ ਆ ਉਹਦਾ ਹੱਥ ਕਿਸ ਕਰਨ ਲਈ, ਉਹ ਲੰਗੜਾ ਕੇ ਨਹੀਂ ਜਾਂਦੇ। ਵਾਈਲ ਦਿਸ ਇਜ਼ ਗੋਇੰਗ ਔਨ ਦ ਸੈਕਿੰਡ ਲੇਡੀ ਰਬਸ ਹਰ ਐਂਕਲ। ਜਦੋਂ ਇਹ ਸਾਰਾ ਹੋ ਰਿਹਾ ਸੀ, ਫਸਟ ਲੇਡੀ ਜਾ ਰਹੀ ਸੀ, ਕੋਟੀਅਰ ਜਾ ਰਿਹਾ ਸੀ, ਤੇ ਜਿਹੜੀ ਸੈਕਿੰਡ ਲੇਡੀ ਹੈ ਉਹ ਆਪਣੇ ਐਂਕਲ ਨੂੰ ਉਹ ਰਗੜ ਰਹੀ ਸੀ, ਇਹ ਸ਼ੋਅ ਕਰਨ ਦੇ ਲਈ ਵੀ ਹਾਂ ਮੇਰੇ ਗਿੱਟਿਆਂ ਦੇ ਵਿੱਚ ਸੱਚੀ ਸੱਟ ਲੱਗੀ ਹੈ। ਐਂਡ ਦ ਚਾਂਸਲਰ ਐਂਡ ਦ ਪ੍ਰਾਈਮ ਮਿਨਿਸਟਰ ਰਬ ਦੇਅਰ ਲੈਗਸ, ਤੇ ਦੋਨਾਂ ਨੇ ਇਹ ਕਿਹਾ ਸੀ ਵੀ ਸਾਡੇ ਸਪ੍ਰੇਨ ਹੈਗਾ, ਰੂਮੈਟਿਜ਼ਮ ਹੈਗਾ, ਕ੍ਰੈਂਪ ਹੈਗਾ, ਅਲੱਗ-ਅਲੱਗ ਕਿਹਾ ਸੀ ਨਾ, ਤੇ ਇਹ ਦੋਨੋਂ ਆਪਣੀ ਲੈਗਸ ਨੂੰ ਰਗੜ ਰਹੇ ਸੀ ਜ਼ਿਆਦਾ ਰੀਅਲ ਸ਼ੋਅ ਕਰਨ ਲਈ ਵੀ ਹਾਂ ਸੱਚੀ ਸੱਟ ਲੱਗੀ ਹੈ। ਅੱਗੇ ਕਿੰਗ ਟੂ ਦ ਫਸਟ ਲੇਡੀ ਐਜ਼ ਸ਼ੀ ਨੀਲਸ, ਜਦ ਫਸਟ ਲੇਡੀ ਉਹਦੇ ਕੋਲ ਆਉਂਦੀ ਹੈ ਤੇ ਅੱਗੇ ਝੁਕਦੀ ਹੈਗੀ ਹੈ, ਹੈਵ ਯੂ ਨਥਿੰਗ ਦ ਮੈਟਰ ਵਿਦ ਯੂ। ਤੇ ਉਹ ਕਹਿੰਦਾ ਤੁਹਾਡੇ 'ਚ ਕੋਈ ਪ੍ਰੋਬਲਮ ਨਹੀਂ ਹੈ, ਲੱਤ ਨੂੰ ਸੱਟ ਲੱਗੀ ਹੋਏ, ਸਪ੍ਰੇਨ ਹੋਏ, ਕੋਈ ਐਂਕਲ 'ਚ ਪ੍ਰੋਬਲਮ ਹੋਏ? ਤੇ ਫਸਟ ਲੇਡੀ ਕਹਿੰਦੀ ਹੈ ਨੋ ਆਈ ਐਮ ਅਫਰੇਡ ਨਾਟ। ਤੇ ਉਹ ਕਹਿੰਦੀ ਹੈ ਨਹੀਂ ਰਾਜਾ ਸਾਹਿਬ, ਮੈਂ ਇੱਕ ਦੱਸਦੇ ਹੋਏ ਮੈਨੂੰ ਦੁੱਖ ਹੋ ਰਿਹਾ ਵੀ ਕੋਈ ਅਜਿਹੀ ਪ੍ਰੋਬਲਮ ਨਹੀਂ ਹੈ ਯੋਰ ਮੈਜੈਸਟੀ। ਐਜ਼ ਸ਼ੀ ਰਿਟਰਨਸ ਟੂ ਹਰ ਪਲੇਸ, ਤੇ ਉਹ ਹੱਥ ਕਿਸ ਕਰਕੇ ਵਾਪਸ ਆਪਣੀ ਥਾਂ ਆ ਜਾਂਦੀ ਹੈ। ਆਈ ਹੈਵ ਆਲਵੇਜ਼ ਬੀਨ ਵੈਰੀ ਹੈਲਦੀ। ਉਹ ਕਹਿੰਦੀ ਹੈ ਮੈਂ ਸ਼ੁਰੂਆਤ ਤੋਂ ਹੀ ਬਹੁਤ ਜ਼ਿਆਦਾ ਸਿਹਤਮੰਦ ਰਹੀ ਹਾਂ।
King, to the courtier as he kneels। ਹੁਣ courtier ਜਾਂਦਾ ਝੁਕਦਾ ਹੈ, or with you, ਤੇ king ਕਹਿੰਦਾ ਤੁਹਾਡੇ ਨਾਲ ਵੀ ਕੋਈ ਪ੍ਰੋਬਲਮ ਨਹੀਂ ਹੈ। courtier, I trust so, your majesty। ਉਹ ਕਹਿੰਦਾ ਹਾਂਜੀ ਮੈਨੂੰ ਵੀ ਇਹੀ ਲੱਗਦਾ ਹੈ ਵੀ ਮੇਰੇ ਵਿੱਚ ਅਜੇ ਕੋਈ ਪ੍ਰੋਬਲਮ ਆਈ ਨਹੀਂ ਹੈ। king, now pointing to the two neighbors, king ਇਸ਼ਾਰਾ ਕਰਦੇ ਨੇ, ਦੋ ਜਿਹੜੇ ਗੁਆਂਢੀ ਸੀ ਉਹਨਾਂ ਵੱਲ ਇਸ਼ਾਰਾ ਕਰਦੇ ਨੇ। what would you do with these two quarrelsome people? ਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਜਿਹੜੇ ਨੇਬਰਸ ਸੀ ਬਾਕੀਆਂ ਨੂੰ ਪੁੱਛਦੇ ਨੇ ਵੀ ਤੁਸੀਂ ਇਹ ਦੋ ਲੜਾਕੂ ਜਿਹੜੇ ਨੇਬਰਸ ਹੈਗੇ ਨੇ ਇਹਨਾਂ ਨਾਲ ਕੀ ਕਰੋਗੇ, ਕੀ ਫੈਸਲਾ ਲਓਗੇ। The neighbors are pulling at the dog, ਜਿਹੜੇ ਗੁਆਂਢੀ ਨੇ ਉਹ ਡੌਗ ਨੂੰ ਖਿੱਚ ਰਹੇ ਨੇ, ਕੁੱਤੇ ਨੂੰ ਆਪਣੇ ਵੱਲ ਖਿੱਚ ਰਹੇ ਨੇ। And just at this moment the page gives them each a sharp dig in the ribs with his elbows। ਜਦੋਂ ਕੁੱਤੇ ਨੂੰ ਆਪਣੇ ਵੱਲ ਖਿੱਚ ਰਹੇ ਹੁੰਦੇ ਨੇ, ਇੰਨੇ ਨੂੰ ਜਿਹਨੇ ਕੁੱਤਾ ਫੜਿਆ ਹੁੰਦਾ, ਪੇਜ ਜਿਹੜਾ ਅਟੈਂਡੈਂਟ ਹੁੰਦਾ ਹੈ ਉਹਨੂੰ ਪੇਜ ਕਹੀਦਾ, ਉਹ ਦੋਨਾਂ ਨੂੰ ਇੱਕ ਕੂਣੀ ਮਾਰਦਾ ਉਹਨਾਂ ਦੇ ਰਿਬਸ ਦੇ ਵਿੱਚ, ਛਾਤੀ ਦੇ ਵਿੱਚ ਜਾ ਕੇ ਵੀ ਚੁੱਪਚਾਪ ਹੁਣ ਗੱਲ ਸੁਣੋ। ਪ੍ਰਾਈਮ ਮਿਨਿਸਟਰ, ਇਫ ਆਈ ਮੇ ਸੁਜੈਸਟ ਯੋਰ ਮੈਜੈਸਟੀ, ਜੇ ਮੈਂ ਸੁਝਾਵ ਦੇ ਸਕਾਂ, I should put them both in prison, ਮੈਂ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਾਂਗਾ, ਉਹੀ ਕਰਨਾ ਚਾਹੀਦਾ। King, what for? ਰਾਜਾ ਕਹਿੰਦਾ ਕਿਸ ਲਈ, ਮਤਲਬ ਤੁਸੀਂ ਇਹਨਾਂ ਦੋਨਾਂ ਨੂੰ ਕਾਰਕੋਟਰੀ ਵਿੱਚ ਜਾਂ ਜੇਲ੍ਹ ਵਿੱਚ ਕਿਉਂ ਬੰਦ ਕਰੋਗੇ। ਚਾਂਸਲਰ, if I may suggest your majesty, ਤੇ ਚਾਂਸਲਰ ਕਹਿੰਦਾ ਜੇ ਮੈਂ ਸੁਝਾਵ ਕਰ ਸਕਾਂ, for causing a breach of peace, ਵੀ ਇਹਨਾਂ ਨੇ ਸ਼ਾਂਤੀ ਭੰਗ ਕੀਤੀ ਹੈ ਇਸ ਲਈ ਇਹਨਾਂ ਨੂੰ ਜੇਲ੍ਹ ਵਿੱਚ ਪਾਵਾਂਗੇ। ਤੇ ਸੈਕਿੰਡ ਲੇਡੀ ਕਹਿੰਦੀ ਹੈ what is a breach of peace? ਉਹ ਕਹਿੰਦੀ ਹੈ ਸ਼ਾਂਤੀ ਭੰਗ ਕਰਨਾ ਕੀ ਹੁੰਦਾ ਹੈ, ਮਤਲਬ ਉਹ ਪੁੱਛਦੀ ਹੈ ਇਹਦਾ ਮਤਲਬ। ਫਰਸਟ ਲੇਡੀ, be quiet, ਸ਼ਾਂਤ ਰਹਿ, you are one, ਤੂੰ ਇਹੀ ਕਰਦੀ ਹੈ। King, to the courtier, ਉਹ ਕੋਟੀਅਰ ਨੂੰ ਪੁੱਛਦੇ ਨੇ what would you do, ਤੁਸੀਂ ਕੀ ਕਰੋਗੇ। ਤੇ ਕੋਟੀਅਰ ਕਹਿੰਦਾ I should listen to what they have to say। ਉਹ ਕਹਿੰਦਾ ਵੀ ਮੈਂ ਇਹਨਾਂ ਦੀ ਗੱਲ ਸੁਣਾਂਗਾ ਵੀ ਇਹਨਾਂ ਦਾ ਕੀ ਪੱਖ ਹੈਗਾ। King, a good idea, ਉਹ ਕਹਿੰਦਾ ਬਹੁਤ ਵਧੀਆ ਆਈਡੀਆ ਹੈਗਾ। to the neighbors, ਤੇ ਉਹ ਨੇਬਰਸ ਨੂੰ ਕਹਿੰਦਾ come forward and let us hear what you have to say for yourselves। ਤੇ ਉਹ ਕਹਿੰਦਾ ਠੀਕ ਹੈ ਦੋਨੋਂ ਅੱਗੇ ਆ ਜਾਓ ਤੇ ਸਾਨੂੰ ਦੱਸੋ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੱਖ ਦੇ ਵਿੱਚ। ਤੇ ਡਰੋਪ ਦ ਡੌਗਸ ਲੀਡਸ, ਉਹ ਕੁੱਤੇ ਦੀ ਜਿਹੜੀ ਲੀਡ ਸੀ ਉਹਨਾਂ ਨੇ ਫੜੀ ਹੋਈ ਸੀ ਫੱਟਾ, ਉਹਨੂੰ ਛੱਡ ਦਿੰਦੇ ਨੇ। ਐਂਡ ਕਮ ਫੋਰਵਰਡ ਐਂਡ ਨੀਲ ਐਟ ਦ ਫੁੱਟ ਆਫ ਦ ਥਰੋਨ, ਉਹ ਅੱਗੇ ਆਉਂਦੇ ਨੇ ਤੇ ਸਿੰਘਾਸਨ ਦੇ ਪੈਰਾਂ 'ਤੇ ਗੋਡੇ ਜੇ ਟੇਕ ਕੇ ਬੈਠ ਜਾਂਦੇ ਨੇ। ਪ੍ਰਾਈਮ ਮਿਨਿਸਟਰ ਐਂਡ ਚਾਂਸਲਰ ਟੂਗੈਦਰ, ਤੇ ਉਸ ਤੋਂ ਬਾਅਦ ਇਹ ਦੇਖ ਕੇ ਪ੍ਰਾਈਮ ਮਿਨਿਸਟਰ ਤੇ ਜਿਹੜੇ ਚਾਂਸਲਰ ਹੈ ਇਕੱਠੇ ਬੋਲਦੇ ਨੇ ਇਫ ਆਈ ਮੇ ਸੁਜੈਸਟ, ਜੇ ਮੈਂ ਸੁਝਾਵ ਦੇ ਸਕਾਂ। ਤੇ ਕਿੰਗ ਰਾਜਾ ਕਹਿੰਦੇ ਨੇ ਸਿਟ ਡਾਊਨ ਫॉर ਗੁੱਡਨੈਸ ਸੇਕ, ਭਲਾਈ ਲਈ ਘੱਟ ਤੋਂ ਘੱਟ ਬੈਠ ਜਾਓ। ਐਂਡ ਬੀ ਕੁਆਇਟ ਫॉर ਅ ਮਿਨਟ, ਤੇ 1 ਮਿੰਟ ਲਈ ਚੁੱਪ ਰਹੋ। ਐਂਡ ਸਟਾਪ ਸੁਜੈਸਟਿੰਗ, ਤੇ ਸੁਝਾਵ ਦੇਣਾ ਬੰਦ ਕਰੋ। To the neighbors, as the prime minister and chancellor sit on the top step of the throne looking crushed। ਤੇ ਜਿਹੜਾ ਰਾਜਾ ਹੈ ਉਹ ਨੇਬਰਸ ਵੱਲ ਗੱਲ ਕਰਦਾ ਹੈ ਤੇ ਇੰਨੀ ਦੇਰ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਹੈ ਤੇ ਜਿਹੜਾ ਚਾਂਸਲਰ ਹੈ ਉਹ ਗੱਦੀ ਦੇ ਨੀਚੇ ਹੀ ਬੈਠ ਜਾਂਦੇ ਨੇ। ਐਵੇਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੂੰ ਕੁਚਲ ਦਿੱਤਾ ਗਿਆ, ਉਹਨਾਂ ਦੀ ਐਡਵਾਈਸ ਨਹੀਂ ਮੰਨੀ ਗਈ ਤੇ ਬੜੇ ਉਦਾਸ ਜਿਹੇ ਹੋ ਕੇ ਉਹ ਬੈਠ ਜਾਂਦੇ ਨੇ। Now my men, what were you fighting about? ਤੇ ਉਹ ਗੁਆਂਢੀਆਂ ਨੂੰ ਪੁੱਛਦਾ ਹੈ ਵੀ ਹੁਣ ਦੱਸੋ ਆਦਮੀਓ ਵੀ ਤੁਸੀਂ ਕਿਹਦੇ ਬਾਰੇ ਲੜ ਰਹੇ ਸੀ, ਵੀ ਮੁੱਦਾ ਕੀ ਸੀ। ਤੇ ਇਹ ਸੀ ਬੇਟਾ ਪਾਰਟ 1। ਹੁਣ ਆਪਾਂ ਪਾਰਟ 2 ਦੇ ਵਿੱਚ ਸਮਝਾਂਗੇ ਕਿ ਕੀ ਲੜਾਈ ਸੀ, ਮੁੱਦਾ ਕੀ ਸੀ, ਰਾਜਾ ਨੇ ਉਹਨੂੰ ਕਿਵੇਂ ਸੋਲਵ ਕੀਤਾ ਤੇ ਕਿਹੜੇ ਡਿਫਿਕਲਟ ਵਰਡ ਮੀਨਿੰਗਸ ਨੇ ਇਸ ਚੈਪਟਰ ਦੇ। ਪਰ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।